ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਹੈ ਵਿਨਾਸ਼ਨ ਸੋਏ ਦੋਹਰਾ ਪ੍ਰਭ ਜੀ यहाँ रहने वाछो क्यों गाछन दक्षन बच बाछो सब ते सुनत गुरु पुन कहयो पुरख अकाल सहायक रहयो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਿਨ ਭਰੀ ਸਭਾ ਦੇ ਵਿੱਚ, ਜਿਸ ਵਿੱਚ ਭਾਈ ਰਾਮ ਸਿੰਘ ਹੋਰੀ ਚੱਕ ਫਤਿਹ ਸਿੰਘ ਵਾਲੇ, ਰਾਮ ਸਿੰਘ ਫਤਿਹ ਸਿੰਘ ਅਤੇ ਭਾਈ ਡੱਲਾ ਅਤੇ ਹੋਰ ਅਨੇਕਾਂ ਨੇੜੇ ਦੇ ਸਿੱਖ ਬੈਠੇ ਹਨ, ਸਿੰਘ ਬੈਠੇ ਹਨ। ਔਰ ਪਾਤਸ਼ਾਹ ਕਹਿਣ ਲੱਗੇ ਅਸੀਂ ਦੱਖਣ ਵੱਲ ਜਾਣਾ ਹੈ ਅਤੇ ਤੁਸੀਂ ਸਾਡੇ ਨਾਲ ਚੱਲੋ। ਅਤੇ ਡੱਲਾ ਕਹਿਣ ਲੱਗਿਆ ਜੀ ਦੱਖਣ ਕੀ ਲੈਣ ਜਾਣਾ, ਆਪਾਂ ਇੱਥੇ ਹੀ ਠੀਕ ਹਾਂ। ਪਾਤਸ਼ਾਹ ਕਹਿਣ ਲੱਗੇ ਅਸੀਂ ਕਈ ਕੰਮ ਕਰਨੇ ਆ ਦੱਖਣ ਵੱਲ ਜਾ ਕੇ, ਔਰ ਜੇ ਤੁਸੀਂ ਮੇਰੇ ਨਾਲ ਚੱਲੋ ਤਾਂ ਮੈਂ ਤੁਹਾਨੂੰ ਦਿੱਲੀ ਦਾ ਰਾਜ ਵੀ ਦੇ ਦਿਆਂਗਾ। ਹੈਰਾਨ ਹੋਏ ਅਤੇ ਨਾਲੇ ਕਹਿੰਦੇ ਮਹਾਰਾਜ ਦਿੱਲੀ ਵਾਲਾ ਰਾਜਾ ਔਰੰਗਜ਼ੇਬ ਜਿਹੜਾ ਸਾਡੇ ਐਂਟੀ ਹੈ, ਜੇ ਸਾਡੇ 'ਤੇ ਚੜ੍ਹ ਕੇ ਆ ਗਿਆ ਤਾਂ ਉਹਨੂੰ ਕਿਹੜਾ ਰੋਕੇਗਾ? ਆਪਣੇ ਕੋਲ ਤਾਂ ਕੋਈ ਕਿਲ੍ਹਾ ਵੀ ਨਹੀਂ ਹੈ, ਕਿਵੇਂ ਉਸ ਨੂੰ ਰੋਕਾਂਗੇ ਮੋੜਾਂਗੇ? ਪਾਤਸ਼ਾਹ ਕਹਿਣ ਲੱਗੀ ਉਹ ਬਾਹਲਾ ਚਿਰ ਨਹੀਂ ਰਹਿੰਦਾ, ਉਹ ਤਾਂ ਮਰਨ ਵਾਲਾ ਹੀ ਆ, ਉਹਦੇ ਵੱਡੇ ਕਿੱਥੇ ਨਾ, ਉਹ ਵੀ ਚਲੇ ਗਏ, ਇਹ ਵੀ ਮਰ ਜਾਣਾ ਅਤੇ ਅਖੀਰ ਮੈਂ ਰਾਜ ਜਿਹੜਾ ਹੈ ਤੁਹਾਨੂੰ ਦੇਣਾ ਹੈ। ਇਹ ਵਾਰ-ਵਾਰ ਪਾਤਸ਼ਾਹ ਜੀ ਨੂੰ ਜਵਾਬ ਦਿੰਦੇ ਆ ਕਿ ਨਹੀਂ ਜੀ ਇੱਥੇ ਹੀ ਰਹੋ। ਪਾਤਸ਼ਾਹ ਕਹਿੰਦੇ ਅਸੀਂ ਜਾਣਾ ਹੈ, ਜੇ ਤੁਸੀਂ ਚੱਲੋਗੇ ਤਾਂ ਚੰਗੀ ਗੱਲ ਹੈ, ਨਹੀਂ ਤੁਹਾਡੀ ਮਰਜ਼ੀ। ਆਓ ਅਗਲੀਆਂ ਵਿਚਾਰਾਂ ਨੂੰ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪ੍ਰਭ ਜੀ यहाँ रह नहीं आछो क्यों गाछन दक्षन बच बाछो। ਜਿਸ ਵੇਲੇ ਪਾਤਸ਼ਾਹ ਜੀ ਨੇ ਕਿਹਾ ਡੱਲਿਆ ਮੈਂ ਦੱਖਣ ਵੱਲ ਜਾਣਾ, ਤੁਸੀਂ ਮੇਰੇ ਨਾਲ ਚੱਲੋ। ਡੱਲਾ ਕਹਿੰਦਾ ਜੀ ਕੀ ਰੱਖਿਆ ਦੱਖਣ ਵੱਲ ਆਪਣਾ? ਸਭ ਤੇ ਸੁਣਤ ਗੁਰੂ ਪੁਨ ਕਹਿਓ ਪੁਰਖ ਅਕਾਲ ਸਹਾਇਕ ਰਹਿਓ। ਨਾਲੇ ਸਾਡੇ ਦੇ ਐਂਟੀ ਹੈ ਤੁਰਕਾਂ ਦੀ ਸਰਕਾਰ, ਮੁਗਲਾਂ ਦੀ ਸਰਕਾਰ,
ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ, ਆਪਣਾ ਸਹਾਇਕ ਅਕਾਲ ਪੁਰਖ ਹੈ ਹਰ ਥਾਂ ਤੇ। ਕਿਉ ਧੀਰ ਛੋਰ ਨਾ ਕਰੀਐ, ਦੇਸ਼ ਵਿਦੇਸ਼ ਨ ਸੈਲ ਨ ਹਰੀਐ। ਚਲੋ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਾਵਾਂਗੇ, ਐਵੇਂ ਧੀਰਜ ਨਾ ਛੱਡੋ। ਅਬ ਰੰਗ ਕੋ ਕੁਛ ਭੈ ਨ ਹਮਾਰੇ, ਦਛਨ ਚਲੀਏ ਕਾਜ ਸੁਧਾਰੇ। ਸਾਨੂੰ ਔਰੰਗੇ ਦਾ ਕੋਈ ਡਰ ਨਹੀਂ ਹੈ, ਤੁਸੀਂ ਮੇਰੇ ਨਾਲ ਦੱਖਣ ਵੱਲ ਚੱਲੋ, ਕੁਝ ਹੋਰ ਵੀ ਕੰਮ ਕਰਨੇ ਹਨ। ਰਾਜ ਸਮਾਜ ਆਦਵਤ ਆਛੇ, ਦਹਿ ਹਮ ਜੋ ਕਿਛ ਕੋ ਬਾਛੇ। ਔਰ ਫਿਰ ਤੁਸੀਂ ਮੈਥੋਂ ਜੋ ਮੰਗੋਗੇ ਮੈਂ ਤੁਹਾਨੂੰ ਉਹ ਦੇਵਾਂਗਾ, ਇੱਥੋਂ ਤੱਕ ਕਿ ਰਾਜ ਭਾਗ ਵੀ ਦਿੱਲੀ ਦਾ ਤੁਹਾਡੇ ਹੱਥ ਕਰਾਂਗਾ, ਜੋ ਮੰਗੋਗੇ ਉਹ ਦੇਵਾਂਗਾ। ਏਕ ਦੇਸ਼ਰ ਕਰਨ ਮਜਾਰਾ, ਕਿਉ ਸਨਹਿ ਮਨ ਬੰਦ ਤੁਮਾਰਾ। ਤੁਸੀਂ ਕਿਉਂ ਇੱਥੇ ਇੱਕ ਥਾਂ ਤੇ ਫਸੇ ਹੋਏ ਹੋ ਕਿ ਸਾਡਾ ਜੀ ਦੇਸ਼ ਹੈ, ਸਾਡਾ ਘਰ ਹੈ, ਇੱਥੇ ਮੋਠ ਬਾਜਰੀ ਖਾ ਕੇ ਸਮਾਂ ਵਧੀਆ ਲੰਘਦਾ ਹੈ। ਤੁਸੀਂ ਇਸ ਗੱਲ ਤੇ ਕਿਉਂ ਅੜੇ ਹੋ, ਮੇਰੇ ਨਾਲ ਚੱਲੋ। ਹਮ ਸੰਗ ਜਹਾਂ ਕਰੋਗੇ ਵਾਸਾ, ਲਿਹੋ ਵਿਸਾਲ ਹੁਲਾਸ ਆਵਾਸਾ। ਸਾਡੇ ਨਾਲ ਚੱਲੋ, ਜਿੱਥੇ ਵੀ ਸਾਡੇ ਨਾਲ ਰਹੋਗੇ ਆਨੰਦ ਮਾਣੋਗੇ। ਸੀਨੇ ਤੁਰਕਨ ਕੀ ਠੁਕਰਾਈ, ਤੁਮ ਤੇ ਰਾਜ ਕਰਾਏ ਤਿਥਾਈ। ਤੁਰਕਾਂ ਤੋਂ ਰਾਜ ਖੋ ਕੇ ਮੈਂ ਤੁਹਾਨੂੰ ਦੇਣਾ ਹੈ। ਲੈ ਭਰਮੋ ਨਿਸ਼ਚੇ ਕਰ ਕਾਚੇ, ਪਾਲੇ ਲਗੋ ਪ੍ਰਭੂ ਤੁਮ ਸਾਚੇ। ਓਏ ਤੁਹਾਨੂੰ ਅਕਾਲ ਪੁਰਖ ਦੇ ਲੜ ਲਾਇਆ, ਤੁਸੀਂ ਭਰਮ ਭੁਲੇਖਿਆਂ ਵਿੱਚ ਨਾ ਪਾਓ, ਮੇਰੇ ਨਾਲ ਚੱਲੋ। ਦਿਨ ਪ੍ਰਤ ਵਧੇ ਖਾਲਸਾ ਭਾਰੀ, ਧਰਾ ਰਾਜ ਕੇ ਹੈ ਅਧਿਕਾਰੀ। ਔਰ ਜਿਹੜਾ ਮੈਂ ਖਾਲਸਾ ਪੰਥ ਸਾਜਿਆ ਹੈ, ਇਹ ਦਿਨ ਦੁਗਣੀ ਰਾਤ ਚੌਗਣੀ ਵੱਧਦਾ ਜਾ ਰਿਹਾ ਹੈ। ਇੱਕ ਦਿਨ ਧਰਤੀ ਤੇ ਰਾਜ ਕਰੇਗਾ। ਆਹਨ ਰੰਗਾ ਥਿਰਤਾ ਪੈ ਹੈ, ਹਮ ਪਰ ਨਹੀਂ ਔਜ ਕੁਛ ਕਹਿ ਹੈ। ਉਹ ਰੰਗਾ ਕਿੰਨਾ ਕੁ ਦਿਨ ਰਹੂਗਾ, ਉਹ ਤਾਂ ਥੋੜੇ ਦਿਨਾਂ ਦਾ ਹੈ, ਉਹਦਾ ਸਾਡੇ ਉੱਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਇਸਕੇ ਬੜੇ ਵਡੇਰੇ ਕਹਾ, ਸ਼ਾਹਜਹਾਂ ਜਾਗੀਰ ਨ ਰਹਾ। ਔਰ ਇਹਦੇ ਵੱਡੇ ਵਡੇਰੇ ਕਿੱਥੇ ਐ? ਇਹਨਾਂ ਦਾ ਵੱਡਾ ਸ਼ਾਹਜਹਾਂ ਜਹਾਂਗੀਰ। ਅਕਬਰ ਮਰਿਓ ਹਮਾਉ ਗਿਓ, ਬਾਬਰ ਬੜਨ ਸਹਿਤ ਮ੍ਰਿਤੂ ਥਿਓ। ਬਾਦਸ਼ਾਹ ਅਕਬਰ ਮਰ ਗਿਆ, ਹਮਾਯੂ ਮਰ ਗਿਆ, ਇਹਨਾਂ ਦਾ ਵੱਡਾ ਬਾਬਰ ਵੀ ਮਰ ਚੁੱਕਿਆ ਹੈ। ਇਹ ਅਬ ਤੇਰੇ ਨਹੀਂ ਸੱਚ ਜਾਨੋ, ਦਛਨ ਕੋ ਤੁਮ ਸੰਗ ਪਿਆਨੋ। ਔਰ ਇਹ ਔਰੰਗਾਵੀ ਵਾਲੇ ਸਮੇਂ ਦਾ ਨਹੀਂ, ਤੁਸੀਂ ਮੇਰੇ ਨਾਲ ਚੱਲੋ। ਜੇਕਰ ਸੰਗ ਨਿਭਾਹੋ ਚਲੋ, ਸਭ ਵਿਦ ਲਖੋ ਆਪਣੋ ਭਲੋ। ਜੇ ਤੁਸੀਂ ਮੇਰੇ ਨਾਲ ਚੱਲੋ ਤੇ ਇਹ ਚ ਤੁਹਾਡਾ ਬੜਾ ਭਲਾ ਹੈ। ਮੈਂ ਤੁਹਾਨੂੰ ਰਾਜ ਦੇਣਾ ਚਾਹੁੰਦਾ ਦਿੱਲੀ ਦਾ। ਉਸ ਵੇਲੇ ਸਤਿਗੁਰਾਂ ਦੀ ਕਈਆਂ ਨੇ ਪਛਾਣ ਨਹੀਂ ਕੀਤੀ, ਸਮਝਿਆ ਨਹੀਂ ਸਤਿਗੁਰਾਂ ਦੀ ਇੱਛਾ ਨੂੰ, ਭਾਵਨਾ ਨੂੰ। ਕਹਿੰਦੇ ਪਾਤਸ਼ਾਹ ਕਹਿੰਦੇ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਦਿੱਲੀ ਦਾ ਰਾਜ ਦੇਵਾਂਗਾ। ਜਥਾ ਕਾਮਨਾ ਮਨ ਮੇ ਕਰੋ, ਗੁਰ ਕਰਤੇ ਸੋ ਪੂਰਨ ਕਰੋ। ਔਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਵਾਕ ਅਨੁਸਾਰ ਜੋ ਮੰਗੋਗੇ ਗੁਰੂ ਘਰ ਚੋਂ ਮੈਂ ਤੁਹਾਨੂੰ ਉਹ ਦੇ ਦਿਆਂਗਾ। ਜੇ ਮਤ ਕਾਚੇ ਹੋਏ ਹਟ ਪਰੋ, ਸਭ ਵਿਦ ਕਰੋ ਆਪਣੋ ਬੁਰੋ। ਤੇ ਜੇ ਭਈ ਤੁਹਾਡੀ ਮਨਮਤ ਹੀ ਵਰਤਣੀ ਹੈ, ਮਤ ਕਾਚੇ ਕੱਚੀ ਮਤ ਮਨਮਤ, ਜੇ ਤੁਸੀਂ ਆਪਣੀ ਮਨਮਤ ਹੀ ਵਰਤਣੀ ਹੈ, ਕੱਚੀ ਮਤ ਹੀ ਕਰਨੀ ਹੈ, ਨਹੀਂ ਸਾਡੇ ਨਾਲ ਜਾਣਾ, ਤੇ ਫਿਰ ਤੁਹਾਡਾ ਇਹਦੇ ਵਿੱਚ ਭਲਾ ਨਹੀਂ ਹੈ। ਹਮਨੇ ਤੁਮਕੋ ਬਿਦਤ ਸੁਨਾਈ, ਲਾਭ ਰੋਹਾਨ ਅਦਕ ਅਦਕਾਈ। ਔਰ ਨਾਲ ਚੱਲੋਗੇ ਤਾਂ ਬਹੁਤ ਲਾਭ ਹੋਵੇਗਾ, ਨਹੀਂ ਜਾਣੋਗੇ ਤੇ ਹਾਨੀ ਹੋਵੇਗੀ। ਮੈਂ ਤਾਂ ਤੁਹਾਨੂੰ ਸਿੱਧੀ ਗੱਲ ਦੱਸ ਦਿੱਤੀ ਆ, ਹੁਣ ਤੁਸੀਂ ਦੱਸੋ ਲਾਭ ਲੈਣਾ ਕਿ ਹਾਨੀ ਲੈਣੀ ਆ। ਭਾਈ ਸਰਬ ਕੁਛ ਗੁਰ ਤੇ ਆਵੋ, ਬਸੋ ਤਹਾਂ ਕੇ ਇਤੋ ਬਸਾਵੋ। ਇੱਕ ਵਾਰੀ ਦੱਖਣ ਤੱਕ ਮੇਰੇ ਨਾਲ ਚੱਲੋ ਤੇ ਫਿਰ ਉਧਰੋਂ ਦਾਤਾਂ ਲੈ ਕੇ ਰਾਜ ਭਾਗ ਦੀਆਂ ਬਖਸ਼ਾਂ ਲੈ ਕੇ ਇੱਥੇ ਆ ਕੇ ਵਸ ਜਿਓ। ਇਤੇ ਆਦਿਕ ਸਤਿਗੁਰ ਸਮਝਾਏ, ਸੁਣਤ ਧੀਰ ਮਨ ਕਛ ਕਟਿਕਾਏ। ਜਦੋਂ ਪਾਤਸ਼ਾਹ ਜੀ ਨੇ ਬੜੇ ਹੀ ਪਿਆਰ ਨਾਲ ਸਮਝਾਉਣਾ ਕੀਤਾ, ਇਹਨਾਂ ਨੇ ਕੁਝ ਧੀਰਜ ਕੀਤਾ। ਪੁਨ ਸਨ ਮੁਖ ਨੈ ਬਾਕ ਬਖਾਨੇ, ਨਿਜ ਕੁਟੰਬ ਕੋ ਮੋਹ ਮਹਾਨੇ। ਔਰ ਪਰ ਸਤਿਗੁਰਾਂ ਦੇ ਸਾਹਮਣੇ ਤਾਂ ਕੁਝ ਹੋਰ ਕਹਿੰਦੇ ਆ, ਮਨ ਵਿੱਚ ਪਰਿਵਾਰਾਂ ਦਾ, ਆਪਣੇ ਬਾਲ ਬੱਚਿਆਂ ਦਾ ਮੋਹ ਫਸਿਆ ਹੋਇਆ ਹੈ। ਰੀਤ ਡੋਰ ਤੇ ਮਨ ਕਰ ਸੀਵਨ, ਗਾਡੀ ਗੱਠ ਪ੍ਰਥਕ ਕਿਵ ਥੀਵਨ। ਹੁਣ ਇਹਨਾਂ ਦੀ ਜਿਹੜੀ ਪਰਿਵਾਰ ਦੇ ਨਾਲ ਮੋਹ ਦੀ ਗੰਢ ਪਈ ਹੋਈ ਆ, ਉਹ ਕਿਵੇਂ ਟੁੱਟੇ ਜਲਦੀ? ਮੋਹ ਦੀਆਂ ਗੰਢਾਂ ਜਿਹੜੀਆਂ ਮਨ ਦੇ ਨਾਲ ਪਈਆਂ ਹੋਈਆਂ ਹਨ,
ਇਹਨਾਂ ਗੰਢਾਂ ਨੂੰ ਕਿਵੇਂ ਖੋਲੇ ਕੋਈ। ਭਲਾ ਭਲਾ ਜੀ ਕਰਤ ਬਖਾਨੇ ਦੁੱਤ ਛੂਛੇ ਮੁਕ ਹੋਏ ਕੁਮਲਾਨੇ। ਉਹ ਤਾਂ ਕਹਿੰਦੇ ਚਲੋ ਠੀਕ ਹੈ ਜੀ, ਚੰਗਾ ਜੀ, ਚੱਲਾਂਗੇ ਚੱਲਾਂਗੇ, ਪਰ ਹਾਂ ਭਾਵ ਚਿਹਰੇ ਤੋਂ ਪਤਾ ਲੱਗਦਾ ਵੀ ਜਾਣ ਦੀ ਇੱਛਾ ਨਹੀਂ ਹੈਗੀ, ਚਿਹਰੇ ਕੁਮਲਾ ਗਏ। ਨੌਕਰ ਜੇ ਵਿਰਾੜ ਹਟ ਪਰੇ ਹਮ ਤੇ ਜਾਇ ਜਾਹੀ ਨਾ ਪਰੇ। ਔਰ ਕਹਿਣ ਲੱਗੇ ਮਹਾਰਾਜ ਜਿਹੜੇ ਮੇਰੇ ਸਾਡੇ ਨੌਕਰ ਹਨ ਇਹ ਬਰਾੜ, ਇਹ ਕਹਿਣ ਲੱਗੇ ਸਾਥੋਂ ਨਾਲ ਨਹੀਂ ਜਾਇਆ ਜਾਣਾ। ਆਪਰ ਕਨੇ ਹਟ ਹਟ ਕਰ ਜਾਤੇ ਚਹਿ ਨਾ ਪ੍ਰਭ ਕੇ ਸੰਗ ਬਰਿਆਤੇ। ਹੋਰ ਬਹੁਤ ਵਾਪਸ ਹੋ ਕੇ ਘਰਾਂ ਨੂੰ ਜਾਂਦੇ ਸਨ, ਉਹ ਸਤਿਗੁਰ ਜੀ ਦੇ ਨਾਲ ਨਾ ਗਏ। ਦਰਸ਼ਨ ਦੂਰ ਦੇਸ਼ ਹੈ ਜਾਨਾ ਮਰੇ ਕੇ ਜੀਵੇ ਕਿਆ ਹੋਏ ਭਾਨਾ। ਔਰ ਆ ਤਾਂ ਇੱਥੋਂ ਨੇੜਿਓਂ ਵੀ ਕਈ ਛੱਡ ਕੇ ਤੁਰ ਜਾਂਦੇ ਸਨ, ਤੇ ਇਹ ਤਾਂ ਦੂਰ ਦੱਖਣ ਵੱਲ ਜਾਣਾ, ਹਜੂਰ ਸਾਹਿਬ ਦੇ ਵੱਲ। ਕਹਿੰਦੇ ਇਹ ਤਾਂ ਦੂਰ ਦੱਖਣ ਵੱਲ ਜਾਣਾ, ਪਤਾ ਨਹੀਂ ਕੀ ਭਾਣਾ ਵਰਤੇਗਾ, ਜਿਉਂਦੇ ਵੀ ਰਵਾਂਗੇ ਕਿ ਮਰ ਜਾਾਂਗੇ। ਉਦੋਂ ਕਿਹੜਾ ਟਰੱਕ ਹੁੰਦੇ ਸੀਗੇ, ਪੈਦਲ ਹੀ ਜਾਣਾ ਹੁੰਦਾ ਸੀਗਾ। ਜੇ ਕੋਈ ਰਿਸ਼ਤੇਦਾਰੀ 'ਚ ਮਿਲਣ ਵੀ ਜਾਂਦਾ ਸੀ ਨਾ, ਉਹ ਰੋ ਰੋ ਕੇ ਵਿਛੜਦਾ ਸੀ, ਪਰਿਵਾਰ ਤੋਂ ਜਾਣਾ ਪੈਂਦਾ ਸੀ ਮਿਲਣ, ਪਰ ਇਹ ਹੁੰਦਾ ਸੀ ਪਤਾ ਨਹੀਂ ਦੁਬਾਰੇ ਮੁੜ ਕੇ ਆਊਂ ਕਿ ਨਾ ਆਊਂ। ਰਸਤਿਆਂ ਦੇ ਵਿੱਚ ਹੀ ਲੁੱਟੇ ਮਾਰੇ ਵੀ ਜਾਂਦੇ ਸੀ, ਤੁਰੇ ਜਾਂਦੇ। ਇਸ ਕਰਕੇ ਗੁਰੂ ਪਿਆਰੇ ਹੋਏ ਸੋਚਦੇ ਹੈ ਡੱਲੇ ਵਰਗੇ, ਕੀ ਕਰਾਂਗੇ ਦੱਖਣ ਵੱਲ, ਪਤਾ ਨਹੀਂ ਕੀ ਭਾਣਾ ਵਰਤ ਜਾਵੇ, ਦੂਰ ਕੌਣ ਜਾਵੇਗਾ। ਨਿਜ ਕੁਟੰਬ ਤੇ ਹੋਵੇ ਨਿਆਰੇ ਦੁੱਖ ਸੁਖ ਸੁਣੇ ਨਾ ਨਿਕਟ ਨਿਹਾਰੇ। ਜਦੋਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਅਸੀਂ ਦੂਰ ਚਲੇ ਜਾਵਾਂਗੇ, ਸਾਨੂੰ ਇਹਨਾਂ ਦੇ ਦੁੱਖ ਦਾ ਪਤਾ ਨਹੀਂ ਲੱਗਣਾ, ਇਹਨਾਂ ਨੂੰ ਸਾਡੇ ਦੁੱਖ ਦਾ ਪਤਾ ਨਹੀਂ ਲੱਗਣਾ, ਇੱਕ ਦੂਜੇ ਦੀ ਸਾਨੂੰ ਕੋਈ ਖਬਰ ਨਹੀਂ ਮਿਲਣੀ। ਵਿਛੜੇ ਹੋਏ ਕੇ ਨਾਹਨ ਮੇਲਾ ਗਮਨ ਕਰੋ ਕੇ ਸੰਗ ਦੁਹਿਲਾ। ਇਹ ਗੁਰੂ ਦੇ ਨਾਲ ਜਾਣਾ ਤਾਂ ਬਹੁਤ ਔਖਾ ਹੈ। ਪਰਿਵਾਰ ਤੋਂ ਵਿਛੜ ਕੇ ਦੁਆਰੇ ਪਤਾ ਨਹੀਂ ਆ ਕੇ ਮਿਲੇ ਕਿ ਨਾ ਮਿਲੇ, ਮਗਰੋਂ ਬਾਲ ਬੱਚੇ ਮਾਰੇ ਜਾਣ। ਇਸੇ ਤਰ੍ਹਾਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ ਭੇਜਿਆ, ਮਰਦਾਨਿਆ ਸੌਦਾ ਲੈ ਕੇ ਆ, ਮਰਨਾ ਆਪਣਾ ਸੱਚ ਤੇ ਝੂਠ। ਤੇ ਜਿਸ ਵੇਲੇ ਗੁਰੂ ਪਿਆਰਿਓ ਮਰਦਾਨਾ ਸ਼ਹਿਰ 'ਚ ਵੜਿਆ ਤੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤੇ ਇੱਕ ਸੇਠ ਨੇ ਲਿਖ ਕੇ ਦੇਤਾ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਇਹ 2 ਸੌਦੇ ਹਨ। ਪਰਚੀ ਲਿਆਇਆ, ਤੇ ਜਿਸ ਵੇਲੇ ਗੁਰੂ ਪਿਆਰਿਓ ਵੇ ਲਿਖੀ ਹੋਈ ਪਰਚੀ ਮੂਲੇ ਖੱਤਰੀ ਦੀ ਸਤਿਗੁਰਾਂ ਨੂੰ ਦਿਖਾਈ, ਪਾਤਸ਼ਾਹ ਕਹਿੰਦੇ ਸੌਦਾ ਤਾਂ ਮਰਦਾਨਿਆ ਸਹੀ ਹੈ, ਬੰਦਾ ਵੀ ਲੈ ਕੇ ਆ। ਕਿਹੜਾ ਬੰਦਾ ਉਹ? ਫਿਰ ਉਹ ਬੁਲਾ ਕੇ ਲਿਆਂਦਾ, ਕਹਿੰਦੇ ਸੇਠਾ ਸੌਦਾ ਤਾਂ ਸਹੀ ਦਿੱਤਾ, ਮਾੜੀ ਮੋਟੀ ਸਤਸੰਗ ਨੇ ਕੀਤੀ ਸੀ ਰੱਬ ਦੇ ਪਿਆਰਿਆਂ ਦੀ, ਤਾਂ ਪਤਾ ਲੱਗਿਆ ਸੀਗਾ ਕਿ ਮਰਨਾ ਦਾ ਪੱਕੀ ਗੱਲ ਹੈ, ਜਿਉਣਾ ਕੋਈ ਜ਼ਰੂਰੀ ਨਹੀਂ ਕਿੰਨਾ ਚਿਰ ਰਹੀਏ। ਤੇ ਫਿਰ ਪਾਤਸ਼ਾਹ ਜੀ ਇਸ ਮੂਲੇ ਖੱਤਰੀ ਨੂੰ ਨਾਲ ਲੈ ਗਏ, 6 ਮਹੀਨੇ ਮੋੜਿਆ ਨਹੀਂ। ਤੇ ਇੱਕ ਦਿਨ ਪ੍ਰੀਖਿਆ ਲੈ ਲਈ ਵੀ ਦੇਖਾਂ ਭਲਾ ਜਿਹੜੀ ਗੱਲ ਕਹਿਣਾ ਸੀ ਉਹ ਤੇ ਪੂਰਾ ਖਰਾ ਉਤਰਦਾ ਕਿ ਨਹੀਂ। ਪਾਤਸ਼ਾਹ ਕਹਿੰਦੇ ਮੂਲਿਆ ਕਿਸੇ ਨੇ ਤੇਰੇ ਘਰੇ ਖਬਰ ਕਰਤੀ ਹੈ ਵੀ ਤੇਰੇ ਘਰ ਵਾਲਾ ਤਾਂ ਮਰ ਗਿਆ, ਜੰਗਲ ਵੀ ਸ਼ੇਰ ਸ਼ੂਰ ਨੇ ਮਾਰਤਾ, ਤੇ ਤੇਰੀ ਘਰ ਵਾਲੀ ਤਾਂ ਮਰਨ ਨੂੰ ਤਿਆਰ ਹੋ ਪਈ ਹੈ ਚਿਖਾ ਚਣਕੇ। ਉਹ ਕਹਿੰਦਾ ਮਹਾਰਾਜ ਇਹ ਤਾਂ ਬਹੁਤ ਮਾੜੀ ਗੱਲ ਹੈ, ਮੈਂ ਤਾਂ ਜਿਉਂਦਾ ਫਿਰਦਾ। ਕਹਿੰਦੇ ਫਿਰ ਹੁਣ ਕਿਵੇਂ ਕਰੀਏ? ਕਹਿੰਦੇ ਜੀ ਮੈਨੂੰ ਪਹੁੰਚਾਓ, ਇਹ ਤਾਂ ਬਹੁਤ ਮਾੜੀ ਗੱਲ ਹੈ। ਜੇ ਉਹ ਚਿਖਾ ਦੇ ਵਿੱਚ ਜਿਉਂਦੀ ਸੜ ਕੇ ਮਰ ਗਈ ਤੇ ਸਾਡਾ ਮੇਲ ਕਿਵੇਂ ਹੋਵੇਗਾ? ਰੋਣ ਲੱਗਿਆ। ਪਾਤਸ਼ਾਹ ਕਹਿੰਦੇ ਉਹਦੇ ਤੋਂ ਕਹਿੰਦੇ ਸੀ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਕਹਿੰਦੇ ਜੀ ਉਹ ਤਾਂ ਠੀਕ ਹੈ, ਪਰ ਬਿਨਾਂ ਗੱਲ ਤੋਂ ਮਰਨਾ ਚੰਗੀ ਗੱਲ ਥੋੜ੍ਹਾ ਹੀ ਹੈ। ਇਸ ਕਰਕੇ ਫਿਰ ਪਾਤਸ਼ਾਹ ਨੇ ਮੂਲੇ ਨੂੰ 6 ਮਹੀਨਿਆਂ ਤੋਂ ਬਾਅਦ ਜਦ ਘਰੇ ਲੈ ਕੇ ਆਂਦਾ ਸੀ ਨਾ, ਪਰ ਉਹ ਬੀਬੀ ਸਹੀ ਸਲਾਮਤ ਸੀ। ਜਦ ਘਰੇ ਪਹੁੰਚਿਆ ਤੇ ਵਾਕਿਆ ਹੀ ਉਹ ਰੋ ਰਹੀ ਸੀ, ਉਹਨੂੰ ਵਿਛੜੀ ਨੂੰ ਕਾਫੀ ਸਮਾਂ ਹੋ ਗਿਆ ਸੀਗਾ। ਫਿਰ ਅਗਲੀ ਵਾਰ ਪਾਤਸ਼ਾਹ ਮਿਲਣ ਗਏ, ਫਿਰ ਉਹਨੇ ਜਵਾਬ ਦਿੱਤਾ ਸੀਗਾ ਵੀ ਉਹ ਘਰੇ ਹੈ ਨਹੀਂ ਬਾਬਾ, ਤੇਰਾ ਕੀ ਪਤਾ ਫਿਰ ਨਾਲ ਲੈ ਜੇ ਕੋ ਸਤਨਾਮ ਪਹਿਲਾਂ 6 ਮਹੀਨੇ ਨਹੀਂ ਮੋੜਿਆ। ਤੋ ਇਸ ਤਰ੍ਹਾਂ ਇਹ ਕਹਿੰਦੇ ਵੀ ਪਤਾ ਨਹੀਂ ਦੁਬਾਰੇ ਮੁੜ ਕੇ ਆਈਏ ਕਿ ਨਾ ਆਈਏ, ਬਾਲ ਬੱਚੇ ਦੁਬਾਰੇ ਮਿਲਣ ਕਿ ਨਾ ਮਿਲਣ, ਕੀ ਕਰਨਾ ਦੱਖਣ ਜਾ ਕੇ। ਮਨ ਮੈਂ ਗਿਣਤੀ ਕਰੇ ਅਨੇਕ ਨੈ ਬੋਲੇ ਡਿਗ ਜਲਦ ਬਵੇਕ। ਗੁਰੂ ਦੇ ਨਾਲ ਤਾਂ ਫਿਰ ਇਉਂ ਨਿਭਾਉਣਾ ਬਹੁਤ ਔਖਾ ਹੈ। ਇਸ ਤਰ੍ਹਾਂ ਬੈਠੇ ਬੈਠੇ ਦਿਲ ਵਿੱਚ ਅਨੇਕਾਂ ਸੋਚਾਂ ਉਤਰਦੀਆਂ, ਅਨੇਕਾਂ ਚੜ੍ਹਦੀਆਂ, ਔਰ ਪਰ ਅੱਗੋਂ ਮੂੰਹ 'ਚੋਂ ਜਵਾਬ ਨਹੀਂ ਦੇ ਸਕਦੇ। ਜਲਦ ਵਿਵੇਕ ਗਿਆਨ ਦੇ ਸਾਗਰ ਸਤਿਗੁਰਾਂ ਨੂੰ। ਕਰੇ ਕਪਟ ਕੋ ਪ੍ਰੇਮ ਬਨਾਏ ਕਿਮ ਨਿਭੈ ਤੂਰਨ ਬਿਨਸਾਏ। ਔਰ ਜਿਹੜਾ ਇਹ ਪ੍ਰੇਮ ਹੁੰਦਾ ਹੈ ਕਪਟ ਛਲ ਫਰੇਬ ਦਾ ਭਾਵ ਪੂਰਨ ਪ੍ਰੇਮ ਨਹੀਂ ਹੈ। ਹੁਣ ਜਦੋਂ ਪਤਾ ਲੱਗਿਆ ਵੀ ਨਾਲ ਲੈ ਕੇ ਜਾਣਗੇ, ਉਹ ਪ੍ਰੇਮ ਦੇ ਵਿੱਚ ਫਰਕ ਪੈ ਗਿਆ।
ਇਸ ਕਰਕੇ ਹੁਣ ਇਹ ਪ੍ਰੇਮ ਕਿਵੇਂ ਨਿਭ ਸਕਦਾ ਹੈ। ਰਾਮ ਸਿੰਘ ਬੋਲਿਓ ਕਰ ਜੋਰ, ਭਰਾਤ ਫਤਿਹ ਸਿੰਘ ਕੋ ਦੇ ਮੋਰ। ਔਰ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ, ਰਾਮ ਸਿੰਘ ਮਹਾਰਾਜ ਮੈਂ ਆਪਣੇ ਭਾਈ ਨੂੰ ਘਰੇ ਭੇਜ ਦਿੰਦਾ ਹਾਂ ਤੇ ਮੈਂ ਚਲਿਆ ਜਾਵਾਂਗਾ। ਮੈਂ ਚਲ ਹੋ ਰਾਵਰ ਕੇ ਸਾਥ, ਜਿਤ ਗਮ ਨੋ ਗਮ ਨਹਿਗੇ ਨਾਥ। ਮੈਂ ਤੁਹਾਡੇ ਨਾਲ ਚਲਿਆ ਜਾਵਾਂਗਾ, ਘਰੇ ਵੀ ਕੋਈ ਚਾਹੀਦਾ ਹੈ, ਛੋਟੇ ਭਰਾ ਨੂੰ ਮੈਂ ਘਰੇ ਭੇਜ ਦਿਆਂਗਾ। ਕਹਿੰਦਾ ਤਿਮ ਹੀ ਡਲ ਸਿੰਘ ਕਰੇ ਉਚਾਰੀ, ਗੁਰ ਤੇ ਡਰ ਕਰ ਬਣਾ ਅਨੁਸਾਰੀ। ਹੁਣ ਗੁਰੂ ਦੇ ਬਚਨਾਂ ਤੋਂ ਵੀ ਡਰਦਾ, ਜਿਵੇਂ ਪਿੱਛੇ ਕੋਟਕਪੂਰੇ ਵਾਲੀ ਕਹਾਣੀ ਸੁਣੀ ਹੈ, ਕਪੂਰੇ ਵਾਲੀ, ਵੀ ਜਿਵੇਂ ਬਾਬਾ ਕੇ ਆਇਆ ਉਵੇਂ ਉਹਦੀ ਮੌਤ ਹੋਈ, ਉਹਦੇ ਮੂੰਹ ਦੇ ਉੱਤੇ ਗੰਦ ਦਾ ਤੋਬਰਾ ਵੀ ਚੜਾਉਣਾ ਪਿਆ। ਉਦੋਂ ਦੇ ਡਰਦੇ ਵੀ ਆ ਇਹ ਕਹਾਣੀ ਸੁਣ ਕੇ ਸਿੱਖਾਂ ਦੇ ਕੋਲੋਂ। ਕਿਸੇ ਨੇ ਆ ਕੇ ਕਹਾਣੀ ਸੁਣਾਈ ਸੀ ਵੀ ਇਸ ਤਰ੍ਹਾਂ ਕਪੂਰਾ ਮਾਰਿਆ ਗਿਆ ਜੀ। ਉਦੋਂ ਦੇ ਡਰਦੇ ਵੀ ਆ, ਇਸ ਕਰਕੇ ਨਾ ਤਾਂ ਗੁਰੂ ਸਾਹਿਬ ਨੂੰ ਜਵਾਬ ਦੇ ਸਕਦੇ ਆ, ਨਾ ਨਾਲ ਜਾ ਸਕਦੇ ਆ। ਰਾਮ ਸਿੰਘ ਨੇ ਬਹਾਨਾ ਮਾਰਤਾ ਜੀ, ਫਤਿਹ ਸਿੰਘ ਨੂੰ ਘਰੇ ਭੇਜ ਦਿਆਂਗਾ, ਮੈਂ ਚੱਲ ਵੜਾਂਗਾ। ਇਸੇ ਤਰ੍ਹਾਂ ਹੀ ਡੱਲਾ ਤੁਮ ਹੀ ਡਲ ਸਿੰਘ ਕਰੇ ਉਚਾਰੀ, ਗੁਰ ਤੇ ਡਰ ਕਰ ਬਣ ਅਨੁਸਾਰੀ। ਐਵੇਂ ਹੀ ਡਲ ਸਿੰਘ ਵੀ ਬਾਹਰੋਂ ਤਾਂ ਕਹਿੰਦਾ ਜੀ ਚੱਲ ਵੜੂੰਗਾ, ਪਰ ਅੰਦਰੋਂ ਜਾਣ ਨੂੰ ਜੀ ਨਹੀਂ ਕਰਦਾ। ਬਾਕ ਨਾ ਮੋਰਿਓ ਜਾਏ ਗੋਸਾਈ, ਗਮਨ ਕੀ ਸੂਕੇ ਮਨ ਨਹਿ ਪਾਈ। ਔਰ ਕਿਸੇ ਨੂੰ ਵੀ ਇਸ ਮਾਲਵੇ ਜੰਗਲ ਦੇ ਇਲਾਕੇ ਨੂੰ ਛੱਡ ਕੇ ਦੂਰ ਜਾਣਾ ਚੰਗਾ ਨਹੀਂ ਲੱਗਦਾ। ਗਿਣਤੀ ਗਿਨੇ ਅਨੇਕ ਪ੍ਰਕਾਰੀ, ਗੁਰੂ ਸੰਗ ਤੇ ਹਟ ਬੋ ਭਾਰੀ। ਔਰ ਮਨ ਵਿੱਚ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਗਿਣਦੇ ਹਨ, ਗੁਰੂ ਦੀ ਸੰਗਤ ਨੂੰ ਹੁਣ ਛੱਡਣ ਦੀਆਂ ਸਲਾਹਾਂ ਕਰਦੇ ਐ। ਤਥਾ ਕੁਟੰਬ ਤੇ ਬਿਰੇ ਦੁਹੇਲਾ, ਐਸੇ ਪਰਿਓ ਆਨ ਕਰ ਖੇਲਾ। ਔਰ ਜੇ ਅਸੀਂ ਨਾਲ ਚਲੇ ਗਏ ਤੇ ਪਿੱਛੇ ਪਰਿਵਾਰ ਦੁਖੀ ਹੋਵੇਗਾ, ਪਤਾ ਨਹੀਂ ਮਗਰੋਂ ਕੀ ਬਣੇਗਾ। ਬੇਗਮ ਨੋ ਰੰਗ ਕੀ ਮਰ ਗਈ, ਨਿਰਿਪ ਚੰਬਿਆਲ ਸੋ ਦੁਹਤਾ ਪਈ। ਔਰ ਉਧਰ ਨਰੰਗੇ ਦੀ ਬੇਗਮ ਜਿਹੜੀ ਹੈ ਮਰ ਚੁੱਕੀ ਹੈ। ਚੰਬਿਆਲ ਚੰਬੇ ਦੇ ਰਾਜੇ ਦੇ ਘਰੇ ਜੰਮ ਕੇ ਉਸ ਦੀ ਧੀ ਬਣੀ ਹੈ। ਔਰੰਗੇ ਦੀ ਜਿਹੜੀ ਬੇਗਮ ਸੀ ਉਹ ਮਰ ਗਈ ਤੇ ਮਰ ਕੇ ਚੰਬੇ ਦੇ ਇਲਾਕੇ ਵਿੱਚ ਉਹਦੀ ਧੀ ਬਣ ਕੇ ਜੰਮੀ ਹੈ। ਰੇ ਰਵਾਲ ਸਰ ਗੁਰ ਜਿਸ ਕਾਲਾ, ਮਿਲੀ ਆਨ ਕਰ ਬੁੱਧ ਵਿਸਾਲਾ। ਤੇ ਉਹ ਜਿਹੜੀ ਸੀ ਨਾ ਚੰਬੇ ਦੇ ਰਾਜੇ ਦੀ ਲੜਕੀ, ਜਦੋਂ ਸਤਿਗੁਰੂ ਰਵਾਲਸਰ ਗਏ ਸੀਗੇ, ਉੱਥੇ ਆ ਕੇ ਸਤਿਗੁਰਾਂ ਨੂੰ ਮਿਲੀ ਸੀ। ਸਤਿਗੁਰਾਂ ਨੇ ਇਹਦੀ ਉੱਤਮ ਬੁੱਧੀ ਵੇਖੀ ਸੀ। ਤਬ ਪ੍ਰਭ ਬਰਦੀ ਨੋਇ ਸੁਭਾਂਤ, ਅਬਲੋ ਅਹਿ ਅਪਾਵਨ ਗਾਤ। ਤਾਂ ਗੁਰੂ ਪਿਆਰੋ, ਇਸ ਦਾ ਪ੍ਰੇਮ ਤੇ ਇਹਦੀ ਭਾਵਨਾ, ਇਹਦੀ ਉੱਤਮ ਬੁੱਧੀ ਦੇਖ ਕੇ ਇਸ ਨੂੰ ਇਸ ਪ੍ਰਕਾਰ ਕਿਹਾ ਸੀ ਕਿ ਹੁਣ ਕੋਈ ਵੀ ਤੇਰੀ ਅਵਸਥਾ, ਹੁਣ ਤੱਕ ਤੇਰੀ ਅਵਸਥਾ ਅਪਵਿੱਤਰ ਰਹੀ ਹੈ। ਇਹ ਤਨ ਤਿਆਗ ਪਰ ਕੋ ਪੈ ਹੈ, ਸਿੱਖ ਡੱਲੇ ਕਰ ਜਾਏ ਬਸੇ ਹੈ। ਔਰ ਤੂੰ ਹੁਣ ਇਹ ਵੀ ਸਰੀਰ ਤਿਆਗ ਦੇਵੇਂਗੀ ਤੇ ਡੱਲੇ ਦੇ ਘਰੇ ਜਾ ਕੇ ਵਸੇਂਗੀ। ਤੈ ਸਤ ਸੰਗਤ ਸੇਵਕ ਮੈਂ ਹੈ, ਆਚੀ ਤਬ ਪਾਵਨਤਾ ਪੈ ਹੈ। ਤੇ ਜਦੋਂ ਡੱਲੇ ਦੇ ਘਰ ਜਾ ਕੇ ਤੂੰ ਵਸੇਂਗੀ ਤੇ ਫਿਰ ਤੂੰ ਉੱਥੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕरेंगे। ਉਨ ਤੇਰੋ ਹਮ ਕਰੇ ਉਧਾਰ, ਪਹੁੰਚेंगे ਤੈ ਸਦਨ ਮਜਾਰ। ਇਹ ਗੱਲ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਦੇ ਇਲਾਕੇ ਵਿੱਚ ਰਹਿੰਦਿਆਂ ਹੋਇਆਂ, ਰਵਾਲਸਰ ਦਾ ਇਲਾਕਾ ਹੈ, ਰਵਾਲਸਰ ਦੀਆਂ ਪਹਾੜੀਆਂ ਹਨ, ਉੱਥੇ ਸਤਿਗੁਰੂ ਗਏ ਸੀ ਰਵਾਲਸਰ ਦੇ ਇਲਾਕੇ 'ਚ। ਉੱਥੇ ਕਹਿੰਦੇ ਚੰਬੇ ਦੇ ਰਾਜੇ ਦੀ ਇਹ ਲੜਕੀ ਮਿਲੀ ਸੀ ਔਰ ਇਸ ਨੂੰ ਕਿਹਾ ਸੀ ਕਿ ਜਦੋਂ ਤੂੰ ਡੱਲੇ ਦੇ ਘਰ ਜਾ ਕੇ ਵਸੇਂਗੀ, ਉੱਥੇ ਸੰਗਤਾਂ ਦੀ ਸੇਵਾ ਕਰੇਂਗੀ, ਫਿਰ ਅਸੀਂ ਵੀ ਉੱਥੇ ਆਵਾਂਗੇ, ਤੇਰਾ ਉਧਾਰ ਕਰਾਂਗੇ। ਸੋ ਤਬ ਕਰ ਤਰਹੀ ਬਹੁ ਸੇਵਾ, ਸੀਤ ਪ੍ਰਸਾਦ ਛਕਤ ਗੁਰਦੇਵਾ। ਤਾਂ ਉਹ ਜਿਹੜੀ ਬੱਚੀ ਸੀ ਗੁਰੂ ਪਿਆਰਿਓ, ਸਤਿਗੁਰਾਂ ਦੀ ਬੜੀ ਸੇਵਾ ਕਰਦੀ ਰਹੀ। ਸਤਿਗੁਰਾਂ ਨੂੰ ਉਹਨੂੰ ਸੀਤ ਪ੍ਰਸ਼ਾਦ ਵੀ ਮਿਲਦਾ ਸੀ। ਨਿਰਮਲ ਰਿਦਾ ਹੋਏ ਤਬ ਆਵਾ, ਮਿਲ ਗੁਰ ਪਗ ਪਰ ਸੀਸ ਝੁਕਾਵਾ। ਔਰ ਅੱਜ ਉਹ ਬੱਚੀ ਜਿਹੜੀ ਹੈ, ਭਾਵ ਡੱਲੇ ਦੇ ਘਰ ਵਾਲੀ ਆ, ਜਿਹੜੀ ਦੀ ਬੈਕਗਰਾਉਂਡ ਇੱਕ ਔਰੰਗਜ਼ੇਬ ਦੀ ਬੇਗਮ ਸੀ, ਫਿਰ ਚੰਬੇ ਦੇ ਰਾਜੇ ਦੇ ਘਰ ਪੈਦਾ ਹੋਈ। ਚੰਬੇ ਦੇ ਰਾਜੇ ਦੀ ਲੜਕੀ ਡੱਲੇ ਦੇ ਘਰ ਉਸ ਦੀ ਘਰਵਾਲੀ ਬਣ ਕੇ ਆਈ। ਤਾਂ ਇਸ ਤਰ੍ਹਾਂ ਅੱਜ ਉਹ ਜਦੋਂ ਸਤਿਗੁਰੂ ਪਾਤਸ਼ਾਹ ਇੱਥੇ ਆਏ ਤੇ ਉਹ ਬੀਬੀ ਦਾ ਜਿਹੜੀ ਬੈਕਗਰਾਉਂਡ ਦੱਸੀ ਹੈ ਪਾਤਸ਼ਾਹ ਨੇ ਇੱਥੇ,
ਉਹ ਆ ਕੇ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਹੈ। ਪੂਰਬ ਜਨ ਮੋਹਿ ਸੁਧ ਆਈ ਅਬ ਸਤ ਸੰਗਤ ਸੇਵ ਕਮਾਈ। ਔਰ ਨਾਲ ਹੀ ਉਹ ਦੱਸਦੀ ਹੈ, ਮਹਾਰਾਜ ਤੁਹਾਡੀ ਕਿਰਪਾ ਨਾਲ ਮੈਨੂੰ ਪੂਰਬਲੇ ਜਨਮਾਂ ਦੀ ਸਮਝ ਆ ਗਈ ਹੈ ਤੇ ਹੁਣ ਮੈਂ ਆਪ ਜੀ ਦੀਆਂ ਸੰਗਤਾਂ ਦੀ ਭੋਜਨ ਪ੍ਰਸ਼ਾਦੇ ਨਾਲ ਸੇਵਾ ਕੀਤੀ ਹੈ। ਮੈਂ ਜਨਮ ਲਓ ਪੁਨਿਆਰ ਕਰੋ ਬਖਸ਼ਰੀ ਪ੍ਰਭ ਜਗ ਮੋਰ। ਮਹਾਰਾਜ ਕਿਰਪਾ ਕਰੋ ਹੁਣ ਮੇਰਾ ਅਗਲਾ ਜਨਮ ਨਾ ਹੋਵੇ, ਮੈਨੂੰ ਮੁਕਤੀ ਬਖਸ਼ੋ, ਆਪਣੇ ਵਿੱਚ ਮਿਲਾ ਲਓ हे ਸਤਿਗੁਰੂ ਦਾਤੇ। ਸ੍ਰੀ ਗੁਰ ਕਹਿਓ ਅਲਪ ਵੈ ਹੋਈ ਕਿਤ ਕਰਹੀ ਭੋਗਨੀ ਸੋਈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕੋਈ ਨਹੀਂ ਭਾਈ, ਤੇਰੀ ਥੋੜੀ ਉਮਰ ਰਹਿ ਗਈ ਹੈ, ਬਹੁਤੀ ਭੋਗ ਲਈ ਹੈ। ਡਲ ਸਿੰਘ ਸੰਗ ਲਹੇਗਾ ਤਾਛੀ ਪ੍ਰਾਪਤ ਹੋਏ ਤੋਹੇ ਚਿਤ ਬਾਛੀ। ਤੂੰ ਡਲ ਸਿੰਘ ਦੇ ਨਾਲ ਚੰਗੀ ਗਤੀ ਨੂੰ ਪ੍ਰਾਪਤ ਕਰੇਂਗੀ, ਤੈਨੂੰ ਮੂੰਹੋਂ ਮੰਗੀ ਮੁਰਾਦ ਵੀ ਪ੍ਰਾਪਤ ਹੋਵੇਗੀ। ਸੁਣ ਕੇ ਚਰਨ ਸਰੋਜ ਸਨੇਹੂ ਹਿਰਦੇ ਵਿਸਾਲ ਉਪਾਏ ਅਛੇਹੂ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕਰਕੇ ਬੜੀ ਖੁਸ਼ ਹੋਈ ਔਰ ਹਾਥ ਜੋੜ ਕਰ ਬੰਧਨ ਕੀਨੀ ਮਨੋ ਕਾਮਨਾ ਪ੍ਰਾਪਤ ਪੀਨੀ। ਇਸ ਤਰ੍ਹਾਂ ਇਸ ਇਸਤਰੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਸਤਿਗੁਰ ਨਿਤ ਠਾਣੇ ਤਿਆਰੀ ਕਰਿਓ ਚਾਹੇ ਦਛਨ ਸਵਾਰੀ। ਹੁਣ ਸਤਿਗੁਰੂ ਪਾਤਸ਼ਾਹ ਜੀ ਹੁਣ ਰੋਜ਼ਾਨਾ ਤਿਆਰੀਆਂ ਖਿੱਚਦੇ ਹਨ ਇੱਥੋਂ ਚਾਲੇ ਪਾਉਣ ਦੀਆਂ, ਕਿਉਂਕਿ ਸਤਿਗੁਰਾਂ ਦਾ ਖਿਆਲ ਸੀ ਔਰੰਗਜ਼ੇਬ ਨੂੰ ਮਿਲਿਆ ਜਾਵੇ, ਪਰ ਹਜੇ ਤੱਕ ਭਾਈ ਦਇਆ ਸਿੰਘ ਜੀ ਵੀ ਨਹੀਂ ਪਹੁੰਚੇਗੇ ਪਤਾ ਲੈ ਕੇ ਜ਼ਫਰਨਾਮਾ ਦੇ ਕੇ, ਇਹ ਵੀ ਖਿਆਲ ਸੀ ਸਤਿਗੁਰਾਂ ਦਾ। ਤਾਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਪਰ ਖਿੱਚ ਕਰਦੇ ਹਨ ਇੱਥੋਂ ਦੱਖਣ ਵੱਲ ਜਾਣ ਦੀ। ਕਹਿ ਭਾਈ ਮੈਂ ਪੀ ਹੋਏ ਸਾਥ ਗਮਣੇ ਚਹੁ ਦਰਸ ਹਿਤਨਾਥ। ਔਰ ਕਹਿਣ ਲੱਗੇ ਇਸ ਤਰ੍ਹਾਂ ਰਾਮ ਕੋਇਰ ਜੀ, ਇੱਥੇ ਭਾਈ ਸ਼ਬਦ ਰਾਮ ਕੋਇਰ ਵਾਸਤੇ ਵਰਤਿਆ ਜਿਹੜਾ ਕਿ ਬਾਬੇ ਬੁੱਢੇ ਜੀ ਦੀ ਵੰਸ਼ ਵਿੱਚੋਂ ਸੀਗਾ। ਜਿਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀ, ਇਹਨਾਂ ਨੂੰ ਗੁਰਤਾ ਗੱਦੀ ਦੀ ਰਸਮ ਕੀਤੀ ਸੀ, ਤਾਂ ਉਸ ਵੇਲੇ ਬਾਬਾ ਰਾਮ ਕੌਰ 2 ਸਾਲ ਦੇ ਸੀਗੇ। ਇਹਨਾਂ ਦੇ ਗੂਠੇ ਨਾਲ ਸਤਿਗੁਰਾਂ ਦੇ ਮੱਥੇ ਵਿੱਚ ਤਿਲਕ ਕਰਾਇਆ ਸੀਗਾ ਗੁਰਤਾ ਗੱਦੀ ਦਾ। ਤੇ ਅੱਜ ਸਤਿਗੁਰੂ ਕਾਫੀ ਵੱਡੇ ਹੋ ਚੁੱਕੇ ਹੈ ਤੇ ਰਾਮ ਕੌਰ ਜੀ ਵੀ ਅੰਮ੍ਰਿਤ ਛਕ ਕੇ ਇਹਨਾਂ ਦੇ ਨਾਲ ਰਹਿੰਦੇ ਹੈ। ਭਾਈ ਰਾਮ ਕੌਰ ਜੀ ਕਹਿੰਦੇ ਮੈਂ ਵੀ ਨਾਲ ਚੱਲਾਂਗਾ। ਕਿਤ ਕਹਟੇ ਗਏ ਨਿਜ ਕਰ ਕੋ ਕਿਤ ਕਹਟੇ ਕਪਟ ਕਰ ਉਰ ਕੋ। ਇਸ ਤਰ੍ਹਾਂ ਗੁਰੂ ਪਿਆਰਿਓ ਕਈ ਤਾਂ ਮਨ ਦੇ ਵਿੱਚ ਇਹ ਸੋਚ ਕੇ ਘਰਾਂ ਨੂੰ ਚਲੇ ਗਏ ਕਿ ਛੱਡੋ ਯਾਰ ਕਿਹੜਾ ਬਾਬੇ ਨਾਲ ਰਹੇਗਾ ਲੰਬਾ ਸਮਾਂ, ਤੇ ਕੋਈ ਹਿਰਦੇ ਵਿੱਚ ਕੁਝ ਸੋਚ ਕੇ ਕੋਈ ਕੁਝ ਸੋਚ ਕੇ ਚਲੇ ਗਏ। ਇਤਕ ਕਪਟ ਬਿਨ ਸੰਗੀ ਪਾਹੇ ਸਤਿਗੁਰ ਚਰਨ ਪ੍ਰੇਮ ਕੋ ਲਏ। ਕਈਆਂ ਨੇ ਨਾਲ ਜਾਣ ਦੀ ਸਲਾਹ ਬਣਾ ਲਈ ਆ। ਤੀਨ ਦਸ਼ਾ ਸਿੱਖਣ ਕੀ ਹੋਏ ਕਿਨੂ ਲਾਭ ਲੀਨਸ ਕਿਨ ਖੋਏ। ਇਸ ਤਰ੍ਹਾਂ 3 ਤਰ੍ਹਾਂ ਦੇ ਹੁਣ ਸਿੱਖ ਜਿਹੜੇ ਹਨ ਉਹ ਕੁਝ ਭਰਮ ਵਿੱਚ ਪੈ ਗਏ, ਕੁਝ ਘਰ ਚਲੇ ਗਏ, ਕੁਝ ਫਿਰਦੇ ਤਾਂ ਹੈ ਪਰ ਜਾਣ ਦਾ ਇਰਾਦਾ ਨਹੀਂ, ਪਰ ਕੁਝਾਂ ਨੇ ਸਲਾਹ ਕਰ ਲਈ ਹੈ। ਇਸ ਤਰ੍ਹਾਂ ਕਿਸੇ ਨੇ ਲਾਭ ਲੈ ਲਿਆ, ਕਿਸੇ ਨੇ ਨਾ ਲਿਆ। ਜਬ ਤੇ ਪੁੱਤਰ ਮਰੇ ਵਿੱਚ ਮੇਲੇ ਅਬੇ ਰਾਮ ਕਰ ਸ਼ੋਕ ਦੁਹੇਲੇ। ਤੇ ਜਦੋਂ ਦੇ ਅਭੈ ਰਾਮ ਸੋਢੀ ਦੇ ਪੁੱਤਰ ਮੇਲੇ ਵਿੱਚ ਮਾਰੇ ਗਏ ਹਨ, ਉਹਦੇ ਦਾ ਬੜਾ ਦੁਖੀ ਹੈ। ਲੈ ਕਰ ਰਹੋ ਪ੍ਰਭੂ ਡਿਗ ਆਇਓ ਸੰਗ ਦੀਵਾਨੇ ਕੋ ਗਨ ਲਿਆਇਓ। ਤੇ ਇੱਕ ਦਿਨ ਅਭੈ ਰਾਮ ਵੀ ਆਪਣੇ ਦੀਵਾਨੇ ਨੂੰ ਨਾਲ ਲੈ ਕਰਕੇ ਸਤਿਗੁਰਾਂ ਦੇ ਕੋਲ ਆਇਆ। ਬਹੁਤ ਸਾਰੇ ਦੀਵਾਨਿਆਂ ਨੂੰ, ਦੀਵਾਨਿਆਂ ਦਾ ਮੇਲਾ ਸੀ ਨਾ, ਉਹ ਮੇਲੇ ਦੇ ਵਿੱਚ ਜਾਇਆ ਕਰਦੇ ਸਨ। ਉਹ ਸਾਧ ਦੇ ਜਿਹੜੇ ਚੇਲੇ ਬਾਲ ਕੇ ਸਨ ਉਹ ਇਸ ਨੂੰ ਪੂਜਦੇ ਸਨ ਦੀਵਾਨੇ। ਉਹਨਾਂ ਨੂੰ ਨਾਲ ਲੈ ਕੇ ਇੱਕ ਦਿਨ ਅਭੈ ਰਾਮ ਜਿਹੜਾ ਹੈ ਉਹ ਸਤਿਗੁਰਾਂ ਦੀ ਹਜ਼ੂਰੀ 'ਚ ਆਉਂਦਾ ਹੈ। ਸ੍ਰੀ ਗੁਰੂ ਰਾਖਿਓ ਕਰ ਸਨਮਾਨਾ ਆਓ ਅਬੇ ਸਿੰਘ ਮਹਿਦ ਸੁਜਾਨਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਮੱਥਾ ਟੇਕਿਆ। ਪਾਤਸ਼ਾਹ ਕਹਿੰਦੇ ਆਓ ਅਭੈ ਸਿੰਘ ਸਿਆਣੇ ਸਿੱਖ। ਗੁਰੂ ਹਰਿ ਰਾਏ ਪ੍ਰਥਮ ਬਚ ਪਿਓ ਸ੍ਰੀ ਨਾਨਕ ਜਹਾਜ਼ ਫਟ ਗਿਓ। ਉੱਥੇ ਗੱਲ ਚੱਲੀ ਵੀ 7ਵੇਂ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੌਰਾਨ ਇੱਕ ਬਚਨ ਕੀਤਾ ਸੀਗਾ ਮਹਾਰਾਜ ਕਿ ਸਿੱਖੀ ਦਾ ਜਹਾਜ਼ ਫਟ ਗਿਆ ਹੈ। ਬਾਹਰ ਵਿਚਾਰ ਕਰਿਓ ਭਵਿੱਖ 10ਵੇਂ ਪਾਤਸ਼ਾਹ ਬਹੁ ਸਿੱਖ। ਤੇ ਮਹਾਰਾਜ ਜਦੋਂ ਫਿਰ ਸਿੱਖਾਂ ਨੇ ਦੁਬਾਰਾ ਪੁੱਛਿਆ ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਮਹਾਰਾਜ ਤੁਸੀਂ ਇਹ ਕੈਸਾ ਬਚਨ ਕਰਤਾ, ਸਿੱਖੀ ਦਾ ਜਹਾਜ਼ ਫਟ ਗਿਆ। ਫਿਰ ਉਹਨਾਂ ਨੇ ਕਿਹਾ ਸੀਗਾ
ਆਉਣ ਵਾਲੇ ਸਮੇਂ ਵਿੱਚ ਭਵਿੱਖ ਆਉਣ ਵਾਲੇ ਸਮੇਂ ਵਿੱਚ 10ਵੇਂ ਪਾਤਸ਼ਾਹ ਹੋਣਗੇ। पाटियो जहाज कतर करेंगे, मिले मिले शरदा तरे तरेंगे। ਔਰ ਸਤਿਗੁਰੂ ਇਸ ਫਟੇ ਹੋਏ ਸਿੱਖੀ ਦੇ ਜਹਾਜ਼ ਨੂੰ ਫਿਰ ਇਕੱਠਾ ਕਰ ਲੈਣਗੇ। ਸਿੱਖਾਂ ਦੇ ਵਿੱਚ ਫਿਰ ਸ਼ਰਧਾ ਭਾਵਨਾ ਬਣ ਜਾਵੇਗੀ ਔਰ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਸਿੱਖੀ ਨੂੰ ਪੰਥ ਬਣਾ ਕਰਕੇ ਭਾਵ ਆਉਣ ਵਾਲੇ ਸਮੇਂ ਵਿੱਚ ਇਕੱਤਰ ਕਰਕੇ ਜੋੜ ਲੈਣਗੇ। होए है बलि महान महाना, तापी जे मिलेंगे आना। ਔਰ ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ ਸੀਗਾ ਕਿ ਜੇ ਉਦੋਂ ਵੀ ਜਿਹੜੇ ਵਿਛੜੇ ਹੋਏ ਗੁਰੂ ਸਾਹਿਬ ਨੂੰ ਮਿਲ ਪੈਣਗੇ ਤਾਂ तिनको पंथ मिलावे सर्ब, राज तेज बद है बहु दर्ब। ਉਹਨਾਂ ਨੂੰ ਆਪਣੇ ਪੰਥ ਵਿੱਚ ਮਿਲਾ ਲੈਣਗੇ ਤੇ ਜਿਹੜੇ ਮਿਲ ਜਾਣਗੇ ਉਹਨਾਂ ਦਾ ਰਾਜ ਤੇਜ ਪ੍ਰਤਾਪ ਬਹੁਤ ਵੱਧ ਜਾਵੇਗਾ। सब अधीन होएंगे जाए, तब जहाज में एक होए जाए। ਤੇ ਜਦੋਂ ਇਸ ਤਰ੍ਹਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਇਕੱਤਰ ਹੋ ਗਈਆਂ ਤਾਂ ਇਹ ਸਿੱਖੀ ਦਾ ਜਹਾਜ਼ ਫਿਰ ਇਕੱਠਾ ਹੋ ਜਾਵੇਗਾ, ਇਕੱਤਰ ਹੋ ਜਾਵੇਗਾ, ਇੱਕ ਹੋ ਜਾਵੇਗਾ। आपे सिंह को राज कनेरो, करियो प्रभु पिख खर्च बडेरो। ਤਾਂ ਅਭੈ ਸਿੰਘ ਨੂੰ ਵੇਖ ਕੇ ਸਤਿਗੁਰੂ ਜੀ ਨੇ ਰੋਜ਼ ਬਹੁਤ ਖਰਚ ਇਸ ਨੂੰ ਦੇਣਾ, ਇਹਦਾ ਬੜਾ ਪਿਆਰ ਸਤਿਕਾਰ ਕਰਨਾ। पंज दीवाने अर सिखियावे, सबको देग करे तृपतावे। ਤੇ ਰੋਜ਼ਾਨਾ ਗੁਰੂ ਪਿਆਰੋ ਲੰਗਰ ਤਾਂ ਸਜਦਾ ਹੀ ਹੈ, ਗੁਰੂ ਘਰ ਦੀ ਮਰਜ਼ਾਦਾ ਹੈ। ਬਹੁਤ ਸਾਰਾ ਕੜਾ ਪ੍ਰਸ਼ਾਦ ਵੀ ਰੋਜ਼ ਬਣਦਾ ਹੈ, ਸਭ ਨੂੰ ਛਕਾਉਂਦੇ ਹਨ। जबे सुनियो दक्षिण को जाने, मिल मिल मसरत करे दीवाने। ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਇਹਨਾਂ ਨੂੰ ਵੀ ਪਤਾ ਲੱਗਿਆ ਜਾਂ ਸਿੱਖਾਂ ਕੋਲੋਂ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਹੁਣ ਦਮਦਮਾ ਸਾਹਿਬ ਤੋਂ ਜਾਣਗੇ ਦੱਖਣ ਦੇ ਵੱਲ, तुमरो नहीं बने कित जाना, घर रह के थिरो पी खाना। ਤਾਂ ਉਸ ਵੇਲੇ ਫਿਰ ਦੀਵਾਨੇ ਸਲਾਹ ਕਰਦੇ ਆ। ਪਹਿਲਾਂ ਤਾਂ ਇੱਥੇ ਬਹੁਤ ਸਾਰਾ ਉਹਨਾਂ ਨੂੰ ਖੁੱਲਾ ਪ੍ਰਸ਼ਾਦ ਮਿਲਣ ਲੱਗਿਆ, ਕੜਾ ਪ੍ਰਸ਼ਾਦ ਮਿਲਦਾ, ਲੰਗਰ ਖੁੱਲਾ ਚੱਲਦਾ ਹੈ। ਪਰ ਜਦੋਂ ਇਹ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਦੱਖਣ ਵੱਲ ਜਾਣਗੇ ਤੇ ਫਿਰ ਇਹਨਾਂ ਦੇ ਮਨ ਵਿੱਚ ਇਹ ਖਿਆਲ ਆ ਗਿਆ। ਪਹਿਲਾਂ ਤਾਂ ਖਿਆਲ ਸੀ ਨਾ ਬਾਬੇ ਕੋਲੇ ਰਹਾਂਗੇ, ਇੱਥੇ ਖੁੱਲੀਆਂ ਦੇਗਾਂ ਮਿਲਦੀਆਂ, ਛਕਿਆ ਕਰਾਂਗੇ, ਦਮਦਮੇ ਰਹਾਂਗੇ। ਪਰ ਜਦੋਂ ਪਤਾ ਲੱਗਿਆ ਵੀ ਗੁਰੂ ਸਾਹਿਬ ਤਾਂ ਦੱਖਣ ਨੂੰ ਜਾਣਗੇ ਤੇ ਸਿੱਖਾਂ ਨੂੰ ਨਾਲ ਜਾਣ ਵਾਸਤੇ ਕਹਿੰਦੇ ਆ, ਫਿਰ ਇਹ ਵੀ ਸੋਚਣ ਲੱਗੇ ਯਾਰ ਘਰੇ ਰਹਿ ਕੇ ਥੋੜਾ ਖਾ ਲਾਂਗੇ, ਕਿਹੜਾ ਜਾਵੇ ਦੱਖਣ ਵੱਲ। क्या लेने दक्षिण में जाए, दूर देश सुध क्यों ना पाए। ਕਿਹੜਾ ਜਾਵੇ ਇੰਨੀ ਦੂਰ ਦੱਖਣ ਦੇ ਵੱਲ ਜਿੱਥੋਂ ਦੀ ਮੁੜ ਕੇ ਖਬਰ ਵੀ ਨਹੀਂ ਲੱਗਣੀ। एक दिन सतगुरु बहुत समझायो, संग चलो लीजे मन पायो। ਤੇ ਇੱਕ ਦਿਨ ਉਹਨਾਂ ਦੀਵਾਨਿਆਂ ਦਾ ਵੀ ਖਿਆਲ ਵੇਖ ਕੇ ਪਾਤਸ਼ਾਹ ਨੇ ਪੜ੍ਹ ਲਿਆ ਤੇ ਫਿਰ ਉਹਨਾਂ ਨੂੰ ਵੀ ਸਮਝਾਉਣਾ ਕੀਤਾ ਵੀ ਤੁਸੀਂ ਸਾਡੇ ਨਾਲ ਚੱਲੋ, ਦੱਖਣ ਦੇ ਵੱਲ ਚੱਲੋ, ਜੋ ਮੰਗੋਗੇ ਉਹ ਮਿਲੇਗਾ। पूजेंगे वो लोक चरण को, गमने देश सैल करन को। ਚਲੋ ਦੇਸ਼ਾਂ ਦਿਸ਼ਾਂਤਰਾਂ ਦੀ ਸ਼ੈਲ ਕਰਾਂਗੇ, ਰਟਨ ਕਰਾਂਗੇ, ਲੋਕ ਵੀ ਤੁਹਾਡੀ ਪੂਜਾ ਕਰਨਗੇ। दिन प्रत प्राप्त अधिक बढ़ाई, होए तुम सिख संगत अधिकाई। ਦਿਨ ਪ੍ਰਤੀ ਭਾਵ ਦਿਨੋ ਦਿਨ, ਦਿਨ ਦੁੱਗਣੀ ਰਾਤ ਚੌਗਣੀ ਤੁਹਾਡੀ ਵਡਿਆਈ ਹੋਵੇਗੀ। ਸਿੱਖ ਸੰਗਤਾਂ ਵੀ ਤੁਹਾਡਾ ਸਤਿਕਾਰ ਕਰਨਗੀਆਂ। अच्छी बात चले हम साथ, कह कर भले गमन को पाथ। ਫਿਰ ਦੀਵਾਨੇ ਕਹਿੰਦੇ ਚਲੋ ਠੀਕ ਹੈ ਜੀ, ਫਿਰ ਚੱਲ ਵੜਾਂਗੇ ਤੁਹਾਡੇ ਨਾਲ। जब बैठे डेरे में आए, मिले दीवाने मत बिचलाए। ਔਰ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਡੇਰੇ ਵਿੱਚ ਬੈਠੇ ਹਨ, ਦੀਵਾਨੇ ਆ ਕੇ ਆਪਣੇ ਤੰਬੂਆਂ ਵਿੱਚ ਬੈਠੇ। ਦੀਵਾਨ 'ਚ ਤਾਂ ਕਹੇ ਆਏ ਸੰਗਤ ਕੋਲੇ ਵੀ ਚੱਲ ਵੜਾਂਗੇ, ਜਦ ਆਪਣੇ ਤੰਬੂਆਂ ਵਿੱਚ ਆ ਕੇ ਬੈਠੇ। रहबे सुख चलबे दुख कहे, गमन दूर कैसे तुम चाहे। ਉੱਥੇ ਆ ਕੇ ਦਿਮਾਗ ਫਿਰ ਬਦਲ ਗਿਆ। ਯਾਰ ਕਹਿੰਦੇ ਦੱਖਣ ਵੱਲ ਐਵੇਂ ਦੁਖੀ ਹੋਣਾ, ਤੁਰੇ ਜਾਵਾਂਗੇ, ਪਤਾ ਨਹੀਂ ਬਾਬਾ ਕਿੱਧਰ ਨੂੰ ਲੈ ਕੇ ਜਾਵੇ। ਕਹੋ ਸਤਨਾਮ। ਆਪਾਂ ਕੀ ਲੈਣਾ ਦੱਖਣ ਵੱਲ ਜਾ ਕੇ, ਐਵੇਂ ਦੁਖੀ ਹੋਵਾਂਗੇ, ਇੱਥੇ ਹੀ ਸੁੱਖ ਹੈ। यादक अद के समझायो, निसमे भाजो मत ठहरायो। ਤਾਂ ਦੀਵਾਨਿਆਂ ਨੇ ਰਾਤ ਨੂੰ ਸਲਾਹ ਬਣਾ ਲਈ ਵੀ ਆਪਾਂ ਰਾਤ ਨੂੰ ਚੱਲੋ ਇੱਥੋਂ, ਕੀ ਪਤਾ ਧੱਕੇ ਨਾਲ ਹੀ ਨਾ ਲੈ ਜੇ, ਜਵਾਬ ਦੇਣਾ ਵੀ ਔਖਾ ਹੈ। ਕਹੋ ਸਤਨਾਮ। ਕਿਉਂਕਿ ਜਿਸ ਵੇਲੇ ਸੋਢੀ ਕੌਲ ਰਾਏ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲੇ ਸੀ ਨਾ, ਤੇ ਉਹਨੇ ਪੁੱਛਿਆ ਸੀਗਾ ਜੀ ਤੁਸੀਂ ਕਿਹੜੇ ਪਾਸਿਓਂ ਆਏ? ਕਹਿੰਦੇ ਇੱਧਰੋਂ ਭਾਈ ਕੋਟਕਪੂਰੇ ਵੱਲੀਆਂ। ਤੇ ਕਪੂਰੇ ਦਾ ਕੀ ਹਾਲ ਹੈ? ਕਹਿੰਦੇ ਕਪੂਰੇ ਦੀਆਂ ਜੜ੍ਹਾਂ ਪੱਟੇ ਆਏ। ਤੇ ਇਹ ਜਿਹੜਾ ਸੋਢੀ ਕੌਲ ਰਾਏ ਸੀਗਾ, ਇਹਨਾਂ ਦੀ ਲੋਕ ਨਾ ਵੱਡੇ ਪੁਰਖੇ ਜਾਣ ਕੇ
ਜਾਂ ਸੋਢੀਆਂ ਦੀ ਕੁਲ 'ਚੋਂ ਜਾਣ ਕੇ ਸਤਿਕਾਰ ਕਰਦੇ ਸੀ ਬਹੁਤ ਜ਼ਿਆਦਾ। ਜਿਵੇਂ ਬੇਦੀਆਂ ਦੇ ਵਿੱਚੋਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਵੰਸ਼ ਵਿੱਚੋਂ ਬੱਚਾ ਹੈ, ਇਸ ਵੇਲੇ ਕਾਫੀ ਵੱਡੀ ਉਮਰ ਹੈ, ਉਹਦਾ ਸੰਗਤਾਂ ਸਤਿਕਾਰ ਕਰਦੀਆਂ ਵੀ ਬੇਦੀਆਂ ਦਾ ਬੱਚਾ ਬਾਬੇ ਨਾਨਕ ਦੀ ਵੰਸ਼ ਵਿੱਚੋਂ ਹੈ। ਐਵੇਂ ਹੀ ਇਹਨਾਂ ਦਾ ਸਤਿਕਾਰ ਲੋਕ ਕਰਦੇ ਸਨ ਅਤੇ ਕਪੂਰੇ ਵਰਗੇ ਚੌਧਰੀ ਵੀ ਕਰਦੇ ਸਨ। ਇਸ ਕਰਕੇ ਕਪੂਰਾ ਚੌਧਰੀ ਸੀਗਾ ਅਤੇ ਸੋਢੀ ਕੌਲ ਰਾਏ ਨੂੰ ਉਹਦਾ ਬੜਾ ਪਿਆਰ ਸੀਗਾ। ਮਾਇਆ ਵੀ ਆਉਂਦੀ ਹੋਣੀ ਹੈ, 'ਚ ਕੋਈ ਸ਼ੱਕ ਨਹੀਂ ਗਾ। ਅਤੇ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਨੂੰ ਉਸਨੇ ਪੁੱਛਿਆ ਜੀ ਕੀ ਹਾਲ ਹੈ, ਤੁਸੀਂ ਉੱਧਰੋਂ ਆਏ ਹੋ, ਕਪੂਰੇ ਦਾ ਕੀ ਹਾਲ ਹੈ? ਕਹਿੰਦੇ ਕਪੂਰੇ ਦੀਆਂ ਜੜ੍ਹਾਂ ਪੱਟਿਆ ਏ। ਉਹ ਕਹਿੰਦਾ ਮਾਰੇ ਉਹਦੀਆਂ ਜੜ੍ਹਾਂ ਤਾਂ ਮੇਰੇ ਪੇਟ 'ਚ ਲੱਗੀਆਂ। ਕਹਿੰਦੇ ਅੱਛਾ, ਫਿਰ ਤੇਰਾ ਪੇਟ ਪਾੜ ਕੇ ਵਿੱਚੋਂ ਕੱਢਾਂਗੇ, ਫਿਰ ਤਾਂ ਉਹਨੂੰ ਵੀ ਪੱਟਾਂਗੇ, ਤੇਰੀਆਂ ਪੇਟ ਵੀ ਪਾੜਾਂਗੇ। ਕਹੋ ਸਤਨਾਮ। ਉਸ ਤੋਂ ਬਾਅਦ ਫਿਰ ਪੇਟ ਪਾੜਨਾ ਭਾਵ ਇਹਨਾਂ ਦੇ ਅੱਗੇ ਜਾ ਕੇ ਅਭੈ ਰਾਮ ਵਰਗੇ ਜਿਹੜੇ ਹੋਏ, ਇਹਨਾਂ ਦੇ ਅੱਗੇ ਪੁੱਤਰ ਗਾ, ਉਹਦੇ 2 ਪੁੱਤਰ ਮਾਰੇ ਗਏ, ਉਹ ਪੇਟ ਪਾੜਨਾ ਹੋ ਗਿਆ, ਜੜ੍ਹਾਂ ਪੱਟੀਆਂ ਗਈਆਂ, ਅੱਗੇ ਜੜ ਕਿੱਥੋਂ ਚੱਲਣੀ ਸੀ ਫਿਰ। ਅਤੇ ਅਭੈ ਰਾਮ ਦੇ 2 ਪੁੱਤਰ ਜੰਗ ਵਿੱਚ ਮਾਰੇ ਗਏ। ਰੌਲਾ ਪੈ ਗਿਆ ਮੇਲੇ ਵਿੱਚ, 2 ਪਾਰਟੀਆਂ ਲੜ ਪਈਆਂ, ਆ ਕੇ ਝਗੜ ਪਈਆਂ ਅਤੇ ਇਸ ਨੇ ਆਪਣੇ ਪੁੱਤਰਾਂ ਨੂੰ ਭੇਜਿਆ ਹਟਾਉਣ ਵਾਸਤੇ। ਉੱਥੇ ਗੋਲੀ ਚੱਲ ਗਈ ਅਤੇ ਉਹ ਦੋਨੇ ਪੁੱਤਰੇ ਦੇ ਗੋਲੀ ਵੱਜ ਕੇ ਮਰ ਗਏ। ਉਹ ਦਿਨ ਦਾ ਬੜਾ ਦੁਖੀ ਸੀਗਾ। ਅੱਜ ਆਪਣੇ ਦੀਵਾਨਿਆਂ ਨੂੰ, ਚੇਲਿਆਂ ਬਾਲਕਿਆਂ ਨੂੰ ਨਾਲ ਲੈ ਕੇ ਇੱਧਰ ਆਇਆ ਸੀਗਾ। ਇੱਧਰ ਪਾਤਸ਼ਾਹ ਕਹਿੰਦੇ ਦੱਖਣ ਵੱਲ ਚੱਲੀਏ, ਤਾਂ ਇੱਥੇ ਵੀ ਉਹਦਾ ਜ਼ਿਆਦਾ ਸਮਾਂ ਰਹਿਣਾ ਨਾ ਮਿਲਿਆ ਉਸ ਨੂੰ, ਕਿਉਂਕਿ ਨਾਲ ਜਾਣ ਨੂੰ ਤਿਆਰ ਨਹੀਂ ਸੀਗਾ। ਇਹਨਾਂ ਨੇ ਰਾਤ ਨੂੰ ਸਲਾਹ ਬਣਾਈ ਕਿ ਆਪਾਂ ਰਾਤ ਨੂੰ ਚੱਲ ਗਏ ਇੱਥੋਂ। ਕੀਰਤਕ ਸੰਗ ਲੀਨ ਬੈਰਾਰੇ, ਲੇਕਰ ਚਲੇ ਦੀਵਾਨੇ ਸਾਰੇ। ਤੇ ਕੁਝ ਬਰਾੜ ਵੀ ਨਾਲ ਰਲ ਗਏ। ਜਿਵੇਂ ਗੁਰੂ ਪਿਆਰਿਓ, ਦੁਨੀ ਚੰਦ ਨੂੰ ਪਾਤਸ਼ਾਹ ਨੇ ਕਹਿ ਦਿੱਤਾ ਅਨੰਦਪੁਰ ਸਾਹਿਬ ਦੇ ਕਿਲੇ 'ਚ। ਕਿਸੇ ਨੇ ਕਿਹਾ ਮਹਾਰਾਜ ਪਹਾੜੀਏ ਹਾਥੀ ਲੈ ਕੇ ਆ ਰਹੇ ਆ, ਸ਼ਰਾਬ ਦੇ ਨਾਲ ਰਜਾ ਕੇ, ਤੇ ਆਪਣੇ ਕਿਲੇ ਦਾ ਗੇਟ ਭੰਨੇਗਾ। ਰਾਜਾ ਕੇਸਰੀ ਚੰਦ ਮੁਖੀ ਹੈ ਇਹਨਾਂ ਦਾ। ਅੱਛਾ, ਫਿਰ ਕੀ ਹੋ ਗਿਆ? ਆਪਣੇ ਕੋਲ ਵੀ ਹਾਥੀ ਹੈਗਾ। ਹਾਂਜੀ, ਕਿਹੜਾ ਹਾਥੀ ਆਪਣਾ? ਕਹਿੰਦੇ ਉਹ ਦੁਨੀ ਚੰਦ। ਦੁਨੀ ਚੰਦ ਨੂੰ ਫਿਕਰ ਪੈ ਗਿਆ ਰਾਤ ਨੂੰ ਵੀ ਆਹ ਕੀ ਭਲਾ ਬੰਦਾ ਹਾਥੀ ਦਾ ਕਿਵੇਂ ਮੁਕਾਬਲਾ ਕਰੇਗਾ। ਤਾਂ ਇਸ ਨੇ ਸਾਰਿਆਂ ਸਿੰਘਾਂ ਦੇ ਕੋਲ, 5 ਪਿਆਰਿਆਂ ਦੇ ਕੋਲ, ਹੋਰ ਸਿੱਖਾਂ ਕੋਲ ਜਾ ਕੇ ਬੇਨਤੀਆਂ ਕੀਤੀਆਂ ਵੀ ਗੁਰੂ ਸਾਹਿਬ ਨੂੰ ਸਮਝਾਓ ਯਾਰ, ਬੰਦਾ ਹਾਥੀ ਨਾਲ ਕਿਵੇਂ ਭਿੜੂਗਾ। ਸਾਰਿਆਂ ਨੇ ਸਮਝਾਇਆ ਵੀ ਕੰਮ ਤਾਂ ਗੁਰੂ ਸਾਹਿਬ ਦਾ ਇਹ, ਤੇਰਾ ਤਾਂ ਨਾਂ ਹੀ ਵੱਜਣਾ ਹੈ। ਸਤਿਗੁਰ ਨੂੰ ਆਪਣੀ ਵਡਿਆਈ ਭਾਂਦੀ, ਗੁਰਸਿੱਖਾਂ ਕੀ ਜੈਕਾਰ ਕਰਾਵੇ, ਤੂੰ ਫਿਕਰ ਨਾ ਕਰ, ਸ਼ਕਤੀ ਸਤਿਗੁਰ ਦੀ ਲੱਗਣੀ ਹੈ, ਤੂੰ ਬਸ ਵਿੱਚ ਖੜਨਾ ਹੀ ਆ, ਡਾਵਾਂਡੋਲ ਨਾ ਹੋ। ਪਰ ਇਹਦਾ ਦਿਲ ਨਾ ਠਹਿਰਿਆ। ਅਖੀਰ ਜਿਹੜੇ ਇਹਦੇ ਨਾਲ ਮਸੰਦ ਸਨ, ਇਹ ਮਸੰਦ ਸੀਗਾ, ਗੁਰੂ ਘਰ ਦਾ ਪ੍ਰਚਾਰਕ ਵੀ ਸੀ, ਮਸੰਦ ਵੀ ਸੀਗਾ, ਅਤੇ ਜਿੰਨੇ ਕਿ ਇਹ ਸਿੱਖ ਲਿਆਇਆ ਸੀ ਮਾਝੇ 'ਚੋਂ ਜੰਗ ਦੇ ਵਿੱਚ ਲੜਨ ਵਾਸਤੇ, ਫਿਰ ਉਹਨਾਂ ਨੂੰ ਇਕੱਠੇ ਕਰ ਲਿਆ। ਕਹਿੰਦਾ ਯਾਰ ਆਪਾਂ ਚੱਲੀਏ, ਭਲਾ ਬੰਦਾ ਹਾਥੀ ਨਾਲ ਲੜਦਾ ਹੁੰਦਾ? ਹੁਣ ਇੱਥੇ ਭੁੱਖੇ ਮਰਦੇ ਆ, ਖਾਣ ਨੂੰ ਕੁਛ ਮਿਲਦਾ ਨਹੀਂ ਚੱਜ ਦਾ, ਆਪਾਂ ਚੱਲੀਏ। ਅਤੇ ਅੱਧੀ ਰਾਤ ਨੂੰ ਫਿਰ ਇਹ ਕਿਲੇ ਦੀ ਕੰਧ ਟੱਪਿਆ ਸੀਗਾ, ਰੱਸਾ ਲਮਕਾ ਕੇ, ਪੱਗਾਂ ਬੰਨ੍ਹ ਕੇ ਲਮਕਾਈਆਂ ਹੋਣਗੀਆਂ, ਉਸ ਵੇਲੇ ਰੱਸਾ ਲਮਕਾਇਆ ਹੋਵੇਗਾ। ਅਤੇ ਕੁਝ ਤਾਂ ਉਤਰ ਗਏ ਹਲਕੇ ਵੇਟ ਵਾਲੇ। ਇਹ ਦੁਨੀ ਚੰਦ ਬਹੁਤ ਪੇਟੂ ਸੀਗਾ, ਬਹੁਤ ਕੜਾਹ ਪ੍ਰਸ਼ਾਦ ਖਾਂਦਾ ਸੀ, 2.5 ਸਿਰ 3-3 ਸਿਰ ਇਕੱਲਾ ਹੀ ਖਾ ਜਾਂਦਾ ਸੀਗਾ। ਸਰੀਰ ਕਾਫੀ ਵਜਨਦਾਇਕ ਸੀਗਾ। ਅਤੇ ਜਦੋਂ ਇਹ ਉਸ ਕਦੰਬ ਨੂੰ ਫੜ ਕੇ, ਰੱਸੇ ਜਾਂ ਪੱਗਾਂ ਬੰਨੀਆਂ ਹੋਈਆਂ ਸੀ, ਉਹਨੂੰ ਫੜ ਕੇ ਉਤਰਨ ਲੱਗਿਆ ਅਤੇ ਉਹ ਰੱਸਾ ਟੁੱਟ ਗਿਆ ਅਤੇ ਡਿੱਗਦੇ ਹੀ ਲੱਤ ਟੁੱਟ ਗਈ। ਕਹੋ ਸਤਿਨਾਮ। ਫਿਰ ਜੇ ਨਾਲ ਦੇ ਸਾਥੀ ਸੀ, ਇਹਨੂੰ ਚੱਕ ਕੇ ਮਾਝੇ 'ਚ ਲੈ ਗਏ, ਇਹਦੇ ਘਰੇ ਲੈ ਗਏ। ਫਿਰ ਬੜਾ ਪਛੇਮਾਨ ਹੋਇਆ। ਉਹ ਸਾਥੀ ਜਦੋਂ ਘਰੋਂ ਘਰੀ ਗਏ ਅਤੇ ਉਹਨਾਂ ਦੀਆਂ ਘਰ ਵਾਲੀਆਂ ਨੂੰ ਪਤਾ ਲੱਗਿਆ ਵੀ ਇਹ ਜੰਗ ਦੇ ਮੈਦਾਨ 'ਚੋਂ ਭੱਜ ਕੇ ਆਏ ਨੇ ਰਾਤ ਨੂੰ। ਫਿਰ ਉਹਨਾਂ ਨੇ, ਕਿਸੇ ਦੀ ਮਾਂ ਨੇ, ਕਿਸੇ ਦੀ ਘਰ ਵਾਲੀ ਨੇ, ਕਿਸੇ ਦੀ ਭੈਣ ਨੇ ਤਾਨੇ ਮਾਰੇ ਸੀ ਬਈ ਤੁਸੀਂ ਉੱਥੇ ਮਰ ਜਾਂਦੇ, ਚੰਗਾ ਸੀਗਾ, ਤੁਸੀਂ ਤਾਂ ਮਾਝੇ ਨੂੰ ਦਾਗ ਲਵਾ ਕੇ ਆ ਗਏ। ਅਤੇ ਤੜਕੇ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਦੁਨੀ ਚੰਦ ਭੱਜ ਗਿਆ, ਆਪਣਾ ਹਾਥੀ ਭੱਜ ਗਿਆ ਜੀ। ਅੱਛਾ, ਮੌਤ ਤੋਂ ਡਰਦਾ ਭੱਜ ਗਿਆ। ਤਾਂ ਉੱਥੇ ਕਿਹੜਾ ਬਾਜੂਗਾ, ਉੱਥੇ ਹੀ ਮੌਤ ਆ ਸਕਦੀ ਹੈ। ਉਹ ਘਰੇ ਸ਼ਰਮ ਦਾ ਮਾਰਿਆ ਪਿਛਲੇ ਸੁਹਾਰ 'ਚ ਪੈ ਗਿਆ, ਹਨੇਰੇ ਕਮਰੇ 'ਚ। ਅੱਧੀ ਰਾਤ ਨੂੰ ਕਿਤੇ ਉੱਠ ਕੇ ਬਾਹਰ ਬੂਰ ਜਾਣ ਲੱਗਿਆ ਅਤੇ ਥੱਲੇ ਸੱਪ ਬੈਠਾ ਸੀ, ਉਹ ਲੜ ਕੇ ਮਰ ਗਿਆ। ਕਹੋ ਸਤਿਨਾਮ। ਮੌਤ ਤੋਂ ਡਰਦਾ ਦੁਨੀ ਚੰਦ ਭੱਜਿਆ ਸੀ, ਅੱਗੇ ਫਿਰ ਮੌਤ ਆ ਗਈ। ਖੈਰ ਇਸੇ ਤਰ੍ਹਾਂ ਹੀ ਇਹਨਾਂ ਨੂੰ ਲੱਗਿਆ ਕਿ ਬਹੁਤ ਖੁੱਲ੍ਹਾ ਕੜਾਹ ਪ੍ਰਸ਼ਾਦ ਮਿਲਦਾ ਗੁਰੂ ਘਰ ਦੇ ਵਿੱਚੋਂ। ਜਦੋਂ ਗੁਰੂ ਸਾਹਿਬ ਨੇ ਸੇਵਾ ਲਾਤੀ, ਫਿਰ ਘਬਰਾ ਗਏ ਅਤੇ ਇਹ ਅੱਧੀ ਰਾਤ ਨੂੰ ਕੁਝ ਬਰਾੜਾਂ ਨੂੰ ਨਾਲ ਲੈ ਕੇ ਭੱਜ ਗਏ। ਇਸ ਸਮੇਂ ਭੱਜ ਗਿਓ ਨਹਿ ਰਹਿਓ, ਗੁਰ ਸੰਗ ਜਾਏ ਪ੍ਰਸੰਗ ਸੋ ਕਹਿਓ। ਔਰ ਅੱਧੀ ਰਾਤ ਨੂੰ ਇਹ ਭੱਜ ਗਏ। ਕੌਣ ਗੁਰੂ ਨਾਲ ਜਾਵੇ, ਇਹ ਪ੍ਰਸੰਗ ਸੁਣਾਇਆ। ਹੋਤੇ ਦੀਵਾਨੇ ਜੋ ਮਤ ਮਾਰੀ, ਹਮਨੇ ਜਾਣੇ ਲੇਗੇ ਸਾਰੇ। ਔਰ ਅਸੀਂ ਜਾਣਿਆ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਗਏ ਹਨ, ਮੱਤ ਮਾਰੇ ਹੋਏ ਦੀਵਾਨੇ। ਤੁਹਾਨੂੰ ਪਤਾ ਵੀ ਗੁਰੂ ਸਾਹਿਬ ਦੇ ਮੂੰਹ 'ਚੋਂ ਨਿਕਲਿਆ ਬਚਨ,
ਤੀਰ ਨਾਲੋਂ ਵੀ ਛੇਤੀ ਜਾਂਦਾ ਹੈ। ਕਹੋ ਸਤਿਨਾਮ। ਜੀ ਵਾਹਿਗੁਰੂ। ਹਜੇ ਤੀਰ ਤਾਂ ਸਿੱਧਾ ਜਾਊਗਾ, ਬਚਨ ਤਾਂ ਵਿੰਗਾ ਟੇਢਾ ਹੋ ਕੇ ਜਿੱਥੇ ਕੋਈ ਵੱਸਦਾ ਉੱਥੇ ਹੀ ਜਾ ਲੱਗਦਾ। ਕਹੋ ਸਤਿਨਾਮ ਜੀ ਸ੍ਰੀ। ਵਾਹਿਗੁਰੂ। ਇਸ ਕਰਕੇ ਪਾਤਸ਼ਾਹ ਕਹਿੰਦੇ ਮਾੜੀ ਮੱਤ ਵਾਲੇ ਹੋਰ ਸਿੱਖਾਂ ਨੂੰ ਵੀ ਨਾਲ ਲੈ ਗਏ ਦੋਹਰਾ। ਦਲ ਸਿੰਘ ਬੈਠਿਆਨ ਕਰ ਸ਼੍ਰੀ ਮੁਖ ਕੀਨ ਬਖਾਨ। ਇਤਨੇ ਭਾਈ ਡਲ ਸਿੰਘ ਆ ਗਿਆ, ਸਤਿਗੁਰਾਂ ਦੇ ਕੋਲ ਦੀਵਾਨ ਵਿੱਚ ਬੈਠਾ ਹੈ। ਆਪਣੀ ਤਿਆਰੀ ਕੀਜੀਐ ਦਖਨ ਕਰੇ ਪਿਆਨ। ਔਰ ਪਾਤਸ਼ਾਹ ਕਹਿੰਦੇ ਡਲਿਆ ਬਾਈ ਤਿਆਰੀਆਂ ਖਿੱਚ ਲੈ, ਘੋੜੇ ਘਾੜੇ ਨਾਲ ਲਿਜਾਣੇ ਆ ਨਾ, ਕੋਠੀਆਂ ਕੱਸ ਲੈ, ਆਪਾਂ ਚੱਲਣਾ ਇੱਥੋਂ। ਚੌਪਈ ਹਾਥ ਜੋਰ ਬੋਲਿਓ ਤਬ ਸੋਏ ਇਨ ਝਾਰਨ ਰਾਖਾ ਨ ਕੋਏ। ਵਾਹ ਮਹਾਰਾਜ, ਆ ਸਾਡੇ ਜੰਗਲਾਂ ਦਾ ਰਾਖਾ ਕੌਣ ਰਹੂਗਾ? ਮਲਿਆਂ ਦਾ, ਕਰੀਰਾਂ ਦਾ। ਆ ਸਾਡਾ ਜੰਗਲ ਹੈ, ਮਤਲਬ ਕਿ ਜ਼ਮੀਨ ਨਾਲ ਜੁੜਿਆ ਹੋਇਆ ਸੀਗਾ। ਅਸੀਂ ਤਾਂ ਜੰਗਲ ਹੀ, ਇੱਥੇ ਕੋਈ ਬਹੁਤੀ ਫਸਲ ਨਹੀਂ ਸੀ ਹੁੰਦੀ। ਜਦ ਮੀਂਹ ਪੈਂਦਾ ਤੇ ਉਹ ਮੋਠ ਬਾਜਰੀ ਜਵਾਰ ਆਦਿ ਦਾ ਛਿੱਟਾ ਦੇ ਦਿੰਦੇ, ਉਹ ਜਿਹੋ ਜਿਹਾ ਹੋ ਜਾਂਦਾ ਛੱਲੀਆਂ ਤੋੜ ਕੇ ਚੱਬ ਲੈਂਦੇ। ਕਹਿੰਦਾ ਜੀ ਸਾਡੇ ਝਾੜਾਂ ਦੀ ਰਾਖੀ ਕੌਣ ਕਰੂਗਾ? अब चढ़ चले त्याग जब पौन ग्राम बसावेंगे तब कौन। ਜੀ ਅਸੀਂ ਤੁਹਾਡੇ ਨਾਲ ਚਲੇ ਗਏ ਤੇ ਮੁੜ ਕੇ ਪਿੰਡ ਕਿਵੇਂ ਵਸਣਗੇ ਇੱਥੇ? गुरु कहो रे ग्राम सोचार ए देहा सब बिन सनहार। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋ ਭਲਿਆ, ਇਹ ਨਾ ਇਹ ਪਿੰਡ ਰਹਿਣੇ ਆ, ਨਾ ਝਾੜ ਰਹਿਣੇ ਆ, ਨਾ ਇਹ ਸਰੀਰ ਰਹਿਣੇ ਆ, ਇਹ ਸਭ ਖਤਮ ਆਣੇ ਆ। फिरता इनकी लखो न कैसे बरखा होत बुध बुधा जैसे। ਔਰ ਜਿਵੇਂ ਮੀਂਹ ਪੈਂਦਾ ਹੈ, ਬੁਲਬੁਲਾ ਬਣਦਾ ਹੈ, ਸਾਡੀਆਂ ਜ਼ਿੰਦਗੀਆਂ ਬੁਲਬੁਲੇ ਵਰਗੀਆਂ ਹਨ। ਪਾਣੀ ਦਾ ਵਿੱਚ ਕਣੀ ਡਿੱਗਦੀ ਹੈ ਨਾ, ਉਹ ਹਵਾ ਭਰ ਜਾਂਦੀ ਹੈ, ਥੋੜ੍ਹੇ ਚਿਰ ਬਾਅਦ ਫੁੱਟ ਜਾਂਦਾ ਹੈ। ਕਹਿੰਦੇ ਸਭ ਦੀ ਜ਼ਿੰਦਗੀ ਉਸ ਪਾਣੀ ਦੇ ਬੁਲਬੁਲੇ ਵਰਗੀ ਹੈ ਭਲਿਆ। जिम पर बाको चलन सपाहो परयो रहत है नित दरियाओ। ਤੇ ਜਿਹੜੇ ਦਰਿਆ ਹੁੰਦੇ ਆ ਉਹ ਚੱਲਦੇ ਰਹਿੰਦੇ ਆ, ਦਰਿਆਵਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ। राखी चारण ग्राम बसावना उपजे नर लाखो इन थावना। ਔਰ ਇਹ ਜਿਹੜੀ ਤੂੰ ਗੱਲ ਕਰਦਾ ਜੀ, ਇਹ ਮੇਰੇ ਜੰਗਲ ਦੇ ਇਲਾਕੇ ਦਾ ਨਿਗਾਹ ਕੌਣ ਰੱਖੂਗਾ ਜੀ? ਘਰ ਕੌਣ ਵਸਾਊਗਾ? ਇੱਥੇ ਬਹੁਤ ਪੈਦਾ ਹੋਣਗੇ। ਇਹ ਦੁਨੀਆ ਤਾਂ ਬਣਦੀ ਢਹਿੰਦੀ ਰਹਿੰਦੀ ਹੈ, ਇੱਥੇ ਹੋਰ ਬਥੇਰੇ ਪੈਦਾ ਹੋ ਜਾਣਗੇ ਇਹਨਾਂ ਨੂੰ ਵਸਾਉਣ ਵਾਲੇ। ना तू फसे मोह के फंद लख बंधु आदिक सन बंद। ਮੈਨੂੰ ਪਤਾ ਹੈ ਤੂੰ ਰਿਸ਼ਤੇਦਾਰ, ਸਾਕ ਸੰਬੰਧੀਆਂ, ਧੀਆਂ ਪੁੱਤਰਾਂ ਦੇ ਪਰਿਵਾਰ ਦੇ ਮੋਹ ਵਿੱਚ ਫਸਿਆ ਹੋਇਆ। ਮੈਂ ਤੈਨੂੰ ਕੱਢਣਾ ਚਾਹਣਾ ਇੱਥੋਂ। आगे देह देश को राज होए अनुसार अनेक समाज। ਤੈਨੂੰ ਦਿੱਲੀ ਦਾ ਸੈਂਟਰ ਦਾ ਰਾਜਾ ਬਣਾਉਂਗਾ। ਕੱਲਾ ਜੰਗਲ ਦਾ ਇਲਾਕਾ ਕੀ, ਸਾਰਾ ਦੇਸ਼ ਹੀ ਤੇਰੇ ਹੁਕਮ ਵਿੱਚ ਚੱਲੇਗਾ। अपने पास थान मुझ दे हो मांगत रहत हम तो एहो। ਤੂੰ ਹਮੇਸ਼ਾ ਸਾਥੋਂ ਮੰਗਦਾ ਰਹਿਣਾ, ਬਾਬਾ ਜੀ ਤੁਹਾਡੇ ਚਰਨਾਂ 'ਚ ਪੀੜੀ ਜੋਗਾ ਥਾਂ ਮਿਲ ਜੇ। ਤੂੰ ਸਾਨੂੰ ਰੋਜ਼ ਕਹਿ ਦਿੰਦਾ ਜੀ ਆਪਣੇ ਕੋਲੇ ਮੈਨੂੰ ਥਾਂ ਦੇਹੋ। क्यों अब भरम संग छे छोरा चालो त्यार देव दखन औरा। ਤੇ ਹੁਣ ਤੂੰ ਸਾਡੀ ਗੱਲ ਮੰਨਦਾ ਨਹੀਂ, ਉਹ ਤੂੰ ਸਾਥੋਂ ਆਪਣੇ ਚਰਨਾਂ ਵਿੱਚ ਬੈਠਣ ਨੂੰ ਥਾਂ ਮੰਗਦਾ। ਹੁਣ ਤੂੰ ਭਰਮ ਗਿਆ ਹੈ, ਭੁਲੇਖਾ ਖਾ ਗਿਆ ਹੈ, ਕਿਉਂ ਨਹੀਂ ਸਾਡੇ ਨਾਲ ਜਾਂਦਾ? दर्द कहे सत बचन पला जी अंतर चाहत गुरु छला जी। ਹੁਣ ਗੁਰੂ ਦੇ ਬਚਨਾਂ ਤੋਂ ਡਰਦਾ ਕਹਿ ਦਿੰਦਾ ਚੰਗਾ ਜੀ ਫਿਰ ਚੱਲ ਵੜਾਂਗੇ, ਪਰ ਅੰਦਰੋਂ ਮਨ ਮੰਨਦਾ ਨਹੀਂ। प्रेम ही राम सिंह की बात पैतर प्यारी कीन प्रयात। ਐਸਾ ਹੀ ਰਾਮ ਸਿੰਘ ਡਰਦਾ ਹੋਇਆ ਨਾਲ ਜਾਣ ਨੂੰ ਤਿਆਰ ਤਾਂ ਹੋ ਗਿਆ ਹੈ, ਪਰ ਅੰਦਰੋਂ ਮਨ ਬੁਝਿਆ ਹੈ। दर्शन चल बो सबन सुनाई सुपत जथा सुख रात बिताई। ਹੱਥ ਨੇ ਸਲਾਹਾਂ ਹੋਈਆਂ ਵੀ ਕੱਲ ਨੂੰ ਦੱਖਣ ਵੱਲ ਚੱਲਾਂਗੇ। ਫਿਰ ਕੀ ਬਣਦਾ ਇਹ ਵਿਚਾਰਾ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी, अगनास हे पूरन हे सर्व मैं, गुणतास। हे संगी हे निरंकार, हे निर्गुण सब टेक हे गोबिंद हे गुण निधान, जाके सदा बबेक। हे अपरंपर हर हरे, हो बनहार हे संत
ਤਹਿ ਕੈ ਸਦਾ ਸੰਗ ਦੀਦਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਏ ਬਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।